ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਸੇਖੋਂ ਸਾਹਿਬ ਤੁਹਾਡਾ। ਬਹੁਤ ਸ਼ੁਕਰੀਆ ਜੀ ਸੁਖਿੰਦਰ ਜੀ। ਵੈਸੇ ਸਭ ਸਾਰੀ ਸਰਕਾਰ ਤੇ ਮਸ਼ੀਨਰੀ ਲੱਗੀ ਹੋਈ ਹੈ ਸੰਗਰੂਰ ਚੋਣ ਦੇ ਵਿੱਚ। ਮੁੱਖ ਮੰਤਰੀ ਸਾਹਿਬ ਆਪ ਚੰਡੀਗੜ੍ਹ ਛੱਡ ਕੇ ਉੱਥੇ ਬੈਠੇ ਨੇ, ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਨੇ। ਵੀਡੀਓਜ਼ ਵੀ ਇਹੋ ਜਿਹੀਆਂ ਆਉਂਦੀਆਂ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਹੁਣ ਤਾਂ ਬਿਲਕੁਲ ਹੀ 3 ਮਹੀਨਿਆਂ ਤੋਂ ਪਹਿਲਾਂ ਜਿਵੇਂ ਦੇ ਹੁੰਦੇ ਸੀ ਕਿ ਆਮ ਬੰਦੇ ਆਮ ਲੋਕਾਂ 'ਚ ਤੁਰੇ ਫਿਰਦੇ ਨੇ, ਉਵੇਂ ਹੀ ਹੁਣ ਫੇਰ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੀ ਗੱਲ ਸੁਣਦੇ ਨੇ। ਕੋਈ ਮਰਜ਼ੀ ਗੱਡੀ ਖੜਾ ਕੇ ਕਹਿੰਦੇ ਉਹਨਾਂ ਨੂੰ ਰੋਕ ਸਕਦਾ ਆ ਤੇ ਉਹਨਾਂ ਨੂੰ ਸਵਾਲ ਜਵਾਬ ਵੀ ਹੁੰਦੇ ਨੇ, ਉਹ ਜਵਾਬ ਵੀ ਦਿੰਦੇ ਨੇ। ਮੇਰਾ ਧਿਆਨ, ਮੈਂ ਚਾਹੁੰਦਾ ਕਿ ਅਸੀਂ ਮੁੱਦਿਆਂ ਦੇ ਵੱਲ ਆਈਏ, ਜਿਨ੍ਹਾਂ ਮੁੱਦਿਆਂ ਦੇ ਉੱਤੇ ਅਸਲ ਦੇ ਵਿੱਚ ਸਿਆਸਤ ਹੋਣੀ ਚਾਹੀਦੀ ਸੀ, ਪਰ ਉਹ ਮਨਫੀ ਨੇ। ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਤਾਂ ਲਿਖ ਦਿੱਤੀ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ, ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ, ਪੰਜਾਬ ਦੇ ਹੱਕ ਹਕੂਕ ਨੂੰ ਲੈ ਕੇ। ਮੈਂ ਚਾਹਾਂਗਾ ਕਿ ਉਸ ਚਿੱਠੀ ਨੂੰ ਤਹਿ ਦੇ ਨਾਲ, ਮਤਲਬ ਕਿ ਚੰਗੀ ਤਰ੍ਹਾਂ ਫਰੋਲਿਆ ਜਾਵੇ ਤਾਂ ਕਿ ਪਤਾ ਲੱਗੇ ਕਿ ਆਖਿਰਕਾਰ ਸਰਕਾਰ ਦੀ ਮਨਸ਼ਾ ਕੀ ਹੈ। ਕੀ ਇਹ ਕਿਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਤਾਂ ਨਹੀਂ? ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਮਸਲਾ, ਮੇਰੀ ਇੱਕ ਵਿਦਵਾਨ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਜੇ ਚੰਡੀਗੜ੍ਹ ਹੀ ਚਲਾ ਗਿਆ, ਤੁਸੀਂ ਪੰਜਾਬ ਯੂਨੀਵਰਸਿਟੀ ਕੀ ਕਰ ਲੋਗੇ? ਤੁਹਾਡੇ ਕੋਲ ਉਹ ਵੀ ਨਹੀਂ ਰਹਿਣੀ। ਮਤਲਬ ਕਿ ਇੱਕ ਚੰਡੀਗੜ੍ਹ ਨੂੰ ਬਚਾਉਣ ਦੀ ਜਦੋਜਹਿਦ ਹੋਣੀ ਚਾਹੀਦੀ ਹੈ। ਯੂਨੀਵਰਸਿਟੀਆਂ ਦੀ ਗੱਲ ਜਾਂ ਹੋਰ ਕੋਈ ਗੱਲ, ਜਿਹੜਾ ਚੰਡੀਗੜ੍ਹ 'ਚ ਪੰਜਾਬ ਦੇ ਹੱਕ ਹਕੂਕ ਨੇ, ਉਹ ਤਾਂ ਹੀ ਅੱਗੇ ਆਉਣਗੇ ਜੇ ਚੰਡੀਗੜ੍ਹ ਬਚਾਇਆ ਜਾਊਗਾ। ਤੁਹਾਡੀ ਪਹਿਲੀ ਤੋਂ ਗੱਲ ਤੋਂ ਸ਼ੁਰੂ ਕਰੀਏ ਕਿ ਮੈਨੂੰ ਲੱਗਦਾ ਨਹੀਂ ਹੈਗਾ ਕਿ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਆਪ ਹੀ ਸੀਟ ਖਾਲੀ ਕੀਤੀ ਹੈ, ਕਿ ਸੰਗਰੂਰ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਇੰਨਾ ਸਮਾਂ ਬਤੀਤ ਕਰਨ ਦੀ ਲੋੜ ਉਹਨਾਂ ਨੂੰ ਨਹੀਂ ਹੈਗੀ। ਕਿਉਂਕਿ ਉਹ ਇਸ ਵੇਲੇ ਉਹਨਾਂ ਨੇ ਜਿਸ ਕਿਸਮ ਦਾ 2-3 ਮਹੀਨੇ ਦੇ ਉੱਤੋਂ, ਜੇ ਉਹਨਾਂ ਨੂੰ ਲੱਗਦਾ ਹੈ, ਉਹ ਕੌਨਫੀਡੈਂਟ ਹੈ ਕਿ ਜਿਹੜੇ ਉਹ ਕੰਮ ਕਰ ਰਹੇ ਆ ਤੇ ਉਹ ਬਹੁਤ ਵਧੀਆ ਕਰ ਰਹੇ ਆ, ਪ੍ਰੋ ਪੀਪਲ ਹੈਗੇ ਆ, ਤੇ ਫਿਰ ਇੰਨਾ ਜ਼ਿਆਦਾ ਸਮਾਂ ਉੱਥੇ ਘਰ ਘਰ ਜਾਣ ਦੀ ਲੋੜ ਨਹੀਂ ਸੀ ਹੈਗੀ। ਇਹਦਾ ਮਤਲਬ ਇਹ ਹੈਗਾ ਨਾ ਕਿਤੇ ਉਹਨਾਂ ਨੂੰ ਅੰਦਰੋਂ ਖਾਤਿਓਂ, ਕਿਉਂਕਿ ਅੱਜ ਵੇਲੇ ਚੀਫ ਮਿਨਿਸਟਰ ਹੈਗੇ ਆ, ਡੇਲੀ ਉਹਨਾਂ ਨੂੰ ਇੰਟਰਨਲ ਇੰਟੈਲੀਜੈਂਸ ਦੀਆਂ ਰਿਪੋਰਟਸ ਆਉਂਦੀਆਂ ਹੋਣਗੀਆਂ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ, ਖਾਸ ਕਰਕੇ ਜਿਹੜੀ ਬੀਜੇਪੀ ਹੈਗੀ ਆ, ਉਹ ਲਾਮਬੰਦੀ ਕਰ ਰਹੀ ਆ, ਜਾਂ ਹੋ ਸਕਦਾ ਵੀ ਕਾਂਗਰਸ ਵੀ ਇੱਕ ਬਹੁਤ ਤਕੜੀ ਫਾਈਟ ਦੇ ਦੇਵੇ। ਤੇ ਕਿਉਂਕਿ ਜਿਹੜੀ ਕੋਈ ਵੀ ਬਾਈ ਇਲੈਕਸ਼ਨ ਹੁੰਦੀ ਆ, ਇਹ ਕਿਸੇ ਵੀ ਸਰਕਾਰ ਦਾ ਇੱਕ ਲਿਟਮਸ ਟੈਸਟ ਹੁੰਦਾ, ਭਾਵੇਂ ਕਿ ਸਰਕਾਰ ਬਣੀ ਨੂੰ 3 ਮਹੀਨੇ ਹੋ ਗਏ ਆ। ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ 2014 ਤੋਂ 2019 ਤੱਕ ਇਸ ਆਮ ਆਦਮੀ ਪਾਰਟੀ ਦਾ, ਖਾਸ ਕਰਕੇ ਭਗਵੰਤ ਮਾਨ ਦੀ ਇਸ ਕਾਂਸਟੀਚੁਐਂਸੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ 9-10% ਵੋਟ ਜਿਹੜੀ ਉਹ ਥੱਲੇ ਡਿੱਗ ਪਈ ਸੀਗੀ। ਤੇ ਜਿਹੜਾ ਕੰਬਾਈਨਡ ਵੋਟ ਸ਼ੇਅਰ ਸੀਗਾ ਬੀਜੇਪੀ ਤੇ ਅਕਾਲੀਆਂ ਦਾ, ਉਹ ਇਹਦੇ ਨਾਲੋਂ ਕੋਈ 1.25 ਲੱਖ ਵੋਟ ਦਾ ਜ਼ਿਆਦਾ ਸੀਗਾ। ਜਿਹੜੀਆਂ ਹੁਣ ਪਾਰਟੀਆਂ ਦੋਵੇਂ ਇਕੱਠੀਆਂ ਹੈ, ਖਾਸ ਕਰਕੇ ਕੇਵਲ ਢਿੱਲੋਂ ਕਾਂਗਰਸ ਵਾਲੇ ਪਾਸੇ ਤੋਂ ਆ, ਪਰਮਿੰਦਰ ਜਿਹੜਾ ਢੀਂਡਸਾ ਹੈਗਾ ਉਹ ਉਦੋਂ ਸੀ ਅਕਾਲੀ ਦਲ ਵਾਲੇ ਪਾਸੇ ਤੋਂ ਸੀਗਾ, ਹੁਣ ਉਹ ਦੋਵੇਂ ਬੀਜੇਪੀ ਵਾਲੇ ਪਾਸੇ ਜਾ। ਚਲੋ ਇਹ ਗੱਲ ਤਾਂ ਤੁਹਾਡੀ ਹੋ ਗਈ। ਜਿਹੜੀ ਤੁਸੀਂ ਗੱਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੀ, ਇਹ ਬੇਸਿਕਲੀ ਜਿਹੜਾ ਪੰਜਾਬ ਦੇ ਵਿੱਚ ਵਿੱਦਿਆ ਦਾ ਕ੍ਰਾਈਸਿਸ ਆ, ਇਹ ਉਹਦਾ ਹੀ ਰਿਜ਼ਲਟ ਹੈ। ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ, ਖਾਸ ਕਰਕੇ 30 ਸਾਲਾਂ ਤੋਂ ਜਾਂ ਤੋਂ ਥੋੜ੍ਹਾ ਸਮਾਂ ਪਹਿਲੋਂ, ਜਿਹੜੀਆਂ ਰਾਜ ਕਰਦੀਆਂ ਧਿਰਾਂ ਨੇ ਵਿੱਦਿਆ ਨੂੰ ਇਗਨੋਰ ਕੀਤਾ ਹੈ, ਵਿੱਦਿਆ ਨੂੰ ਜਿਹੜਾ ਹੈਗਾ ਉਹਦੀ ਪਰਵਾਹ ਨਹੀਂ ਕੀਤੀ, ਔਰ ਜਿਸ ਤਰੀਕੇ ਨਾਲ ਪ੍ਰਾਈਵੇਟਾਈਜੇਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਉੱਥੋਂ ਵਿਡਰਾਅ ਕੀਤਾ ਹੈ, ਜਿਸ ਤਰੀਕੇ ਜੋ ਹਾਲ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਦਾ ਹੋਇਆ ਵਾ, ਸਰਕਾਰੀ ਕਾਲਜਾਂ ਦਾ ਹੋਇਆ ਵਾ, ਜਾਂ ਏਡਡ ਕਾਲਜ ਦਾ ਹੋਇਆ ਵਾ, ਇਹ ਅਲਟੀਮੇਟਲੀ ਉਸ ਵੱਡੇ ਵਿੱਦਿਅਕ ਕ੍ਰਾਈਸਿਸ ਦੀ ਇੱਕ ਛੋਟੀ ਜਿਹੀ ਝਲਕ ਹੈਗੀ ਆ, ਇਹ ਜਿਹਦੇ ਵਿੱਚੋਂ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਇਹ ਕ੍ਰਾਈਸਿਸ ਸਾਡੇ ਸਾਹਮਣੇ ਹੈਗਾ, ਜਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਸ ਤਰੀਕੇ ਨਾਲ ਸੈਂਟਰਲ ਗੌਰਮੈਂਟ ਨੂੰ ਹਥਿਆਉਣਾ ਚਾਹੁੰਦੀ ਆ। ਅਸੀਂ ਸਾਰੇ ਦੇਖਦੇ ਹਾਂ ਕਿ ਇਹਦੀ ਜਿਹੜੀ ਖਾਸ ਕਰਕੇ ਸ਼ੁਰੂਆਤ ਹੈ ਕਿ 2009 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਸ ਸਮੇਂ ਅਕਾਲੀ ਸਰਕਾਰ ਨੇ ਸੈਂਟਰ ਸਰਕਾਰ ਨੂੰ ਇਹਨੂੰ ਸੈਂਟਰ ਦੇ ਹੱਥਾਂ ਵਿੱਚ ਲੈਣ ਲਈ NOC ਭੇਜ ਦਿੱਤਾ ਸੀਗਾ। ਉਹ ਜਦੋਂ ਬਾਅਦ ਦੇ ਵਿੱਚ ਉਹਨਾਂ ਦੇ ਪ੍ਰੈਸ਼ਰ ਪਿਆ, ਇਹਨੂੰ ਕਹਿ ਦਈਏ ਵੀ ਇਹਨਾਂ ਨੂੰ ਲੱਗਾ ਤੋਏ ਲਾਂਤ ਹੋਈ ਉਹਦੇ ਵਿੱਚੋਂ, ਜਾਂ ਇਹਨੂੰ ਲੱਗਾ ਕਿ ਪੋਲੀਟੀਕਲ ਬੈਕਲੈਸ਼ ਹੋਊਗਾ, ਫਿਰ ਇਹਨਾਂ ਨੇ ਵਾਪਸ ਲੈ ਲਿਆ। ਪਰ ਇਹਦੇ ਨਾਲ ਇਹ ਹੈਗਾ, ਜਦੋਂ ਮੈਂ ਤੁਹਾਨੂੰ ਕਹਿਣ ਡਿਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਵਿੱਦਿਆ ਹੈ, ਸਿਹਤ ਦੀ ਮਾੜੀ ਮੋੜੀ ਕਰੋਨਾ ਕਰਕੇ ਤਾਂ ਥੋੜ੍ਹਾ ਬਹੁਤਾ ਇਹਨੂੰ ਦੇਣਾ ਪਿਆ, ਵਿੱਦਿਆ ਬਹੁਤ ਜ਼ਿਆਦਾ ਨੈਗਲੈਕਟਡ ਰਹੀ। ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 22-24 ਸਾਲਾਂ ਤੋਂ ਜਿਹੜੇ ਅਧਿਆਪਕ ਨਹੀਂ ਹੈਗੇ, ਸਰਕਾਰੀ ਕਾਲਜਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸਾਡੇ ਗੁਆਂਢੀ ਰਾਜ ਆ ਹਰਿਆਣਾ ਵਾ, 100-125 ਕਾਲਜ ਉੱਥੇ ਆ। ਹਿਮਾਚਲ ਛੋਟਾ ਹੈਗਾ, ਉਹਦੇ ਵਿੱਚ 100-125 ਕਾਲਜ ਉੱਥੇ ਹੈਗਾ ਵਾ। ਇਸੇ ਤਰੀਕੇ ਨਾਲ ਹੋਰ ਜਿਹੜੇ ਸਟੇਟ ਉੱਤਰਾਖੰਡ ਦੇ ਵਿੱਚ ਤੁਸੀਂ ਲਾ ਲਓ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਲਜ ਹੈਗੇ ਆ। ਰਾਜਸਥਾਨ ਦੇ ਵਿੱਚ ਬਹੁਤ ਸਾਰੇ ਕਾਲਜ ਹੈਗੇ ਆ। ਪੰਜਾਬ ਵਾਹਿਦ ਇੱਕ ਉਹ ਸਟੇਟ ਹੈਗਾ ਜਿਸ ਦੇ ਵਿੱਚ ਜਿਹੜੀਆਂ ਅਕਾਲੀ ਧਿਰਾਂ ਸੀ ਜਾਂ ਕਾਂਗਰਸ ਧਿਰਾਂ ਸੀ, ਜੇ ਅੱਜ ਉਹ
ਮੰਨ ਲਓ ਜਿਹੜੇ ਕ੍ਰੋਕੋਡਾਈਲ ਟੀਅਰ ਜਿਹੜੇ ਆ ਵਹਾਉਂਦੇ ਆ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ। ਉਹਨਾਂ ਨੇ ਵਿਦਿਆ ਲਈ ਕੀ ਕੀਤਾ? ਸੋ ਵਿਦਿਆ ਨੂੰ ਨੈਗਲੈਕਟ ਕੀਤਾ ਗਿਆ। ਇਸ ਵੇਲੇ ਪੰਜਾਬ ਦੀ ਹਾਲਤ ਇਹ ਆ ਕਿ ਪੰਜਾਬ ਵਾਹਦ ਸਟੇਟ ਰਹਿ ਗਈ ਆ ਦੇਸ਼ ਦੇ ਵਿੱਚ ਕਿ ਜਿਹਦੇ ਵਿੱਚ ਹਾਇਰ ਐਜੂਕੇਸ਼ਨ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਆ, ਕਾਲਜ ਦੇ ਵਿੱਚ ਆ, ਉਹਨਾਂ ਨੂੰ ਟੀਚਰਾਂ ਦਾ ਬਣਦਾ ਹੋਇਆ 7th ਪੇ ਕਮਿਸ਼ਨ ਨਹੀਂ ਦਿੱਤਾ, ਜਦੋਂ ਕਿ ਨਵਾਂ ਕਮਿਸ਼ਨ ਫਿਰ ਆਉਣ ਨੂੰ ਫਿਰਦਾ ਹੈ। ਹੋ ਕੀ ਰਿਹਾ ਕਿ ਪਿਛਲੀ ਸਰਕਾਰ ਨੇ ਬੜੀ ਬੇਸ਼ਰਮੀ ਦੇ ਨਾਲ, ਉਹ ਕਹਿੰਦੇ ਸੀ ਮਵੇਂ ਕਹਿੰਦਾ ਸੀ ਵੀ ਉਹ ਜਿਹੜੇ ਵਿੱਤ ਮੰਤਰੀ ਸਾਹਿਬ ਹੈਗੇ ਆ ਜੀ, ਬੜੇ ਸ਼ੇਰ ਸੁਣਾਉਂਦੇ ਆ ਜੀ, ਬੜੇ ਆਪਣੇ ਆਪ ਨੂੰ ਪੰਜਾਬ ਤੈਸੀ ਕਹਿੰਦੇ ਸੀ। ਸਭ ਤੋਂ ਵੱਧ ਉਹ ਸਰਕਾਰ ਨੇ ਜਿਹੜਾ ਕ੍ਰਿਮੀਨਲ ਐਕਟ ਕੀਤਾ ਕਿ ਪੰਜਾਬ ਦੀ ਜਿਹੜੀ ਵਿਦਿਆ ਸੀ ਹਾਇਰ ਐਜੂਕੇਸ਼ਨ ਦੀ, ਉਹਨੂੰ ਡੀਲਿੰਕ ਕਰਤਾ ਨੈਸ਼ਨਲ ਵਿਦਿਆ ਨਾਲ। ਇਹ ਬਿਨਾਂ ਸੋਚਿਆ ਕਿ ਇਹਦੇ ਕਨਸੀਕੁਐਂਸਿਸ ਕੀ ਹੋਣਗੇ। ਤੁਸੀਂ ਹੋਰਨਾਂ ਸਟੇਟਾਂ ਦੀ ਹਾਇਰ ਐਜੂਕੇਸ਼ਨ ਦੇ ਹਾਣ ਦੇ ਕਿਵੇਂ ਬਣੋਗੇ? ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜਾ ਵਰਤਾਰਾ ਇਸ ਵੇਲੇ ਹੋਇਆ ਵਾ, ਉਹ ਵਰਤਾਰੇ ਦਾ ਜਿਹੜਾ ਆਊਟਕਮ ਹੈ, ਉਹ ਰਿਜ਼ਲਟ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜਾ ਵਿਦਿਆ ਦੇ ਮਾਮਲੇ ਦੇ ਵਿੱਚ ਨੈਗਲੈਕਟ ਕੀਤਾ। ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਯੂਨੀਵਰਸਿਟੀ 1885 ਦੇ ਵਿੱਚ ਆਈ। ਇਹ ਪਹਿਲੀਆਂ ਜਿਹੜੀਆਂ 4 ਸੈਂਟਰਲ ਯੂਨੀਵਰਸਿਟੀਆਂ ਸੀਗੀਆਂ, ਜਾਂ 4 ਯੂਨੀਵਰਸਿਟੀਆਂ ਸੀ ਜਿਹੜੀਆਂ ਅੰਗਰੇਜ਼ਾਂ ਦੇ ਵੇਲੇ ਖੁੱਲੀਆਂ ਸੀ। ਬਹੁਤ ਮਾਣ ਮੱਤਾ ਇਹਦਾ ਜਿਹੜਾ ਸੀਗਾ ਹਿਸਟਰੀ ਹੈਗੀ ਆ। ਔਰ ਇਹਦੇ ਵਿੱਚ ਖਾਸ ਕਰਕੇ ਕਿਉਂਕਿ ਇਹ ਸੀ ਜਦੋਂ ਰੀਆਰਗੇਨਾਈਜੇਸ਼ਨ ਆਫ ਸਟੇਟ ਹੋਈ ਆ 66 ਦੇ ਵਿੱਚ, ਉਦੋਂ ਹਿਮਾਚਲ ਵੀ ਇਹਦਾ ਹਿੱਸਾ ਹੁੰਦਾ ਸੀ, ਹਰਿਆਣਾ ਵੀ ਹੁੰਦਾ ਸੀਗਾ, ਪੰਜਾਬ ਵੀ ਹੁੰਦਾ ਸੀਗਾ। ਚੰਡੀਗੜ੍ਹ ਤੇ ਉਦੋਂ ਪੰਜਾਬ ਦੀ ਰਾਜਧਾਨੀ ਸੀਗੀ। ਉਹ ਸਟੇਟਾਂ ਵੱਖਰੀਆਂ ਬਣ ਗਈਆਂ। ਹਰਿਆਣੇ ਨੇ ਆਪਣੇ ਕਾਲਜਾਂ ਨੂੰ ਉੱਥੋਂ ਜਿਹੜਾ ਹਟਾ ਕੇ ਰੋਹਤਕ ਯੂਨੀਵਰਸਿਟੀ ਬਣਾ ਦਿੱਤੀ, ਜਾਂ ਕੁਝ ਕੁਰਕਸ਼ੇਤਰ ਨਾਲ ਲਾ ਕੇ ਉਸ ਪਾਸੇ ਚਲੇ ਗਏ। ਹਿਮਾਚਲ ਵਾਲਿਆਂ ਨੇ ਆਪਣੇ ਕਾਲਜ ਜਿਹੜੇ ਸੀ ਵਿਡਰਾਅ ਕਰਕੇ ਉਹ ਜਿਹੜੇ ਸੀਗੇ ਸ਼ਿਮਲਾ ਯੂਨੀਵਰਸਿਟੀ ਦੇ ਨਾਲ ਲਾਤਾ। ਇਸ ਵੇਲੇ ਪੰਜਾਬ ਯੂਨੀਵਰਸਿਟੀ ਨਾਲ ਜਿੰਨੇ ਐਫੀਲੀਏਟਡ ਕਾਲਜ ਹੈਗੇ ਆ, ਉਹ ਮਾਲਵੇ ਦੇ ਤੇ ਮਾਝੇ ਦਾ, ਦੁਆਬੇ ਦਾ, ਖਾਸ ਕਰਕੇ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਬਲਾਚੌਰ ਵਾਲਾ ਪਾਸਾ, ਤੇ ਜਿਹੜਾ ਹੈਗਾ ਹੁਸ਼ਿਆਰਪੁਰ ਹੈ। ਬਾਕੀ ਮਾਲਵੇ ਦੇ ਵੱਡੇ ਕਾਲਜ ਹੈਗੇ ਆ, ਸ਼ਾਇਦ ਉਹਨਾਂ ਦੀ ਗਿਣਤੀ ਮੇਰੇ ਖਿਆਲ 200 ਪੌਣੇ 200 ਦੇ ਕਰੀਬ ਹੈਗੀ ਆ। ਉਹਦੇ ਵਿੱਚ ਕਿਉਂਕਿ ਯੂਟੀ ਜਿਹੜਾ ਸੀਗਾ, ਚੰਡੀਗੜ੍ਹ ਨੂੰ ਯੂਟੀ ਬਣਾ ਦਿੱਤਾ, ਇਸ ਕਰਕੇ ਵੰਡ ਹੋਈ ਸੀਗੀ ਕਿ ਜਿਹੜਾ ਇਹਦੇ ਵਿੱਚ ਸ਼ੇਅਰ ਆ ਪੰਜਾਬ ਗਵਰਨਮੈਂਟ ਦਊਗੀ। ਸ਼ੁਰੂ ਦੇ ਵਿੱਚ ਸ਼ਾਇਦ ਇੱਦਾਂ ਸੀਗਾ ਕਿ ਤਿੰਨੇ ਸਟੇਟਾਂ ਜਿਹੜੀਆਂ ਹੈਗੀਆਂ ਸੀ 20 ਦੇਣਗੀਆਂ, 40 ਜਿਹੜਾ ਉਹ ਸੈਂਟਰਲ ਗਵਰਨਮੈਂਟ ਦਊਗੀ। ਪਰ ਜਦੋਂ ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਵੱਖਰਾ ਹੋ ਗਿਆ, ਇਹ ਸ਼ੇਅਰ ਜਿਹੜਾ ਸੀਗਾ ਪੰਜਾਬ ਦੇ ਹਿੱਸੇ ਆਉਣਾ ਸੀਗਾ, ਜਾਂ ਸੈਂਟਰ ਨੂੰ ਕਹਿ ਕੇ ਇਹਨੂੰ ਵਧਾਉਣਾ ਸੀਗਾ। ਪਰ ਲੰਮੇ ਸਮੇਂ ਤੋਂ ਪੰਜਾਬ ਜਿਹੜਾ ਉੱਥੋਂ ਦੇ ਟੀਚਰ ਆ ਜਾਂ ਦੂਸਰੇ ਹੋਰ ਲੋਕ ਹੈਗੇ ਆ, ਕਿ ਪੰਜਾਬ ਨੇ ਆਪਣਾ ਬਣਦਾ ਸ਼ੇਅਰ ਨਹੀਂ ਦਿੱਤਾ, ਔਰ ਪੰਜਾਬ ਨੇ ਸਿਰਫ ਜਿਹੜੀ ਹੈਗੀ ਆ ਉਹਦਾ ਧਿਆਨ ਜਿਹੜਾ ਸੀਗਾ ਉਹ ਹੋਰਨਾਂ ਪਾਸੇ ਲੱਗਾ ਰਿਹਾ। ਹੋਇਆ ਉਹਦੇ ਵਿੱਚੋਂ ਕਿ ਹੌਲੀ ਹੌਲੀ ਜਿਹੜੀ ਹੈਗੀ ਸੀਗੀ, ਇਹ ਗੱਲ ਠੀਕ ਹੈਗੀ ਆ ਕਿ ਉਹਦੇ ਉੱਤੇ ਉਹਦਾ ਜਿਹੜਾ ਚਾਂਸਲਰ ਹੈਗਾ ਵਾ, ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਸੀਗਾ। ਇਹ ਸਰਕਾਰ ਬਣਨ ਤੋਂ ਪਹਿਲਾਂ ਦੇਖਿਆ ਕਿ ਬਹੁਤ ਚੰਗੇ ਟੌਪ ਲੈਵਲ ਦੇ ਜਿਹੜੇ ਉੱਥੇ ਜਿਹੜੇ ਹੈਗੇ ਸੀ ਵਾਈਸ ਚਾਂਸਲਰ ਲੱਗਦੇ ਸੀਗੇ। ਬੀਜੇਪੀ ਸਰਕਾਰ ਆਉਣ ਦੇ ਨਾਲ ਉਹਨਾਂ ਨੇ ਆਪਣੇ ਬੰਦੇ ਉੱਥੇ ਭਰਤੀ ਕਰਨਾ ਸ਼ੁਰੂ ਕਰਤੇ। ਇਹ ਬੜੇ ਅਨਫੋਰਚੂਨੇਟ ਗੱਲ ਹੈਗੀ ਆ, ਖਾਸ ਕਰਕੇ ਕਿ ਜਿਹੜੀ ਉੱਥੇ ਰਿਕਰੂਟਮੈਂਟ ਹੋਈ ਆ ਉਹਦੇ ਵਿੱਚ, ਕਿਉਂਕਿ ਪੰਜਾਬ ਦੀ ਨਾ ਤਾਂ ਬਹੁਤੀ ਸੇਧ ਇਸ ਤਰੀਕੇ ਨਾਲ ਹੋ ਸਕਦੀ ਜੇ ਸਟੇਕ ਹੋਲਡਰ ਬਣਦੇ। ਬਹੁਤ ਸਾਰੀ ਭਰਤੀ ਜਿਹੜੀ ਹੈਗੀ ਆ ਉਹ ਪੰਜਾਬ ਤੋਂ ਬਾਹਰਲੇ ਲੋਕਾਂ ਦੀ। ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਪੰਜਾਬ ਤੋਂ ਬਾਹਰੋਂ ਨਹੀਂ ਆਉਣਾ ਚਾਹੀਦਾ, ਯੂਨੀਵਰਸਿਟੀ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਆਉਣੇ ਚਾਹੀਦੇ ਆ। ਪਰ ਜਿਹੜੇ ਉਹਦੇ ਵਿੱਚ ਲੋਕ ਸੀ, ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸੰਬੰਧ ਨਹੀਂ। ਜਿਹੜੀ ਗੱਲ ਚਿੱਠੀ ਦੇ ਵਿੱਚ ਅੱਜ ਭਗਵੰਤ ਸਿੰਘ ਮਾਨ ਨੇ ਕੀਤੀ ਆ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰੂਹ ਹੈ, ਪੰਜਾਬ ਯੂਨੀਵਰਸਿਟੀ ਜਿਹੜਾ ਹੈਗਾ ਪੰਜਾਬ ਦੇ ਨਾਲ ਉਹਦੀ ਪਛਾਣ ਹੈ, ਜਾਂ ਪੰਜਾਬ ਦੀ ਪਛਾਣ ਜਿਹੜੀ ਹੈਗੀ ਆ ਪੰਜਾਬ ਯੂਨੀਵਰਸਿਟੀ ਦੇ ਨਾਲ ਆ। ਵੱਡੀ ਫੈਕਲਟੀ ਉੱਥੇ ਇਸ ਕਿਸਮ ਦੀ ਹੈਗੀ ਕਿ ਜਿਨ੍ਹਾਂ ਨੂੰ ਇਸ ਕਿਸਮ ਦਾ ਕੋਈ ਮਤਲਬ ਕਹਿ ਦਈਏ ਕਿ ਕੋਈ ਲੈਣਾ ਦੇਣਾ ਨਹੀਂ ਹੈ, ਜਿਨ੍ਹਾਂ ਦਾ ਇਹੀ ਅੱਜ ਤੱਕ ਜ਼ੋਰ ਲੱਗਦਾ ਹੈ ਕਿ ਇਹ ਯੂਨੀਵਰਸਿਟੀ ਸੈਂਟਰ ਹੋ ਜਾਵੇ, ਇਹ ਪੰਜਾਬ ਤੋਂ ਬਾਹਰ ਨਿਕਲ ਜਾਵੇ, ਇੱਥੇ ਉਮਰ 65 ਸਾਲ ਹੋ ਜਾਵੇ ਜਾਂ 70 ਸਾਲ ਹੋ ਜਾਵੇ, ਚੰਡੀਗੜ੍ਹ ਜਿਹੜਾ ਯੂਟੀ ਬਣ ਜਾਵੇ। ਔਰ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਨਾਲ ਇਹ ਜਿਹੜੀਆਂ ਸਰਕਾਰਾਂ ਦੀ ਨੈਗਲੈਕਟ ਸੀਗੀ, ਖਾਸ ਕਰਕੇ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਗ੍ਰੇਡਾਂ ਦੇ ਨਾਲ ਹੀ ਕਿਸ ਸਮੇਂ ਹਰਿਆਣਾ ਹੁੰਦਾ ਸੀ ਉਹ ਵੱਖਰਾ ਹੋ ਗਿਆ। ਹੁਣ ਇਸ ਵੇਲੇ ਪੰਜਾਬ ਦੇ ਗ੍ਰੇਡਾਂ ਦੇ ਨਾਲ ਚੰਡੀਗੜ੍ਹ ਸੀਗਾ, ਚੰਡੀਗੜ੍ਹ ਦੇ ਗ੍ਰੇਡਾਂ ਦੇ ਨਾਲ ਹਿਮਾਚਲ ਪ੍ਰਦੇਸ਼ ਸੀਗਾ। ਪਿਛਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਚੰਡੀਗੜ੍ਹ ਵਾਲਿਆਂ ਨੂੰ ਉਹਨਾਂ ਨੇ ਸੈਂਟਰ ਵਾਲੇ ਗ੍ਰੇਡ ਦੇ ਦਿੱਤੇ, ਇਹ ਰੌਲਾ ਰੱਪਾ ਪਾਉਂਦੇ ਰਹੇ, ਲੋਕਾਂ ਨੇ ਸੈਲੀਬ੍ਰੇਟ ਕੀਤਾ। ਉਹਨਾਂ ਦੀ ਉਮਰ 58 ਤੋਂ 60 ਸਾਲ ਹੋ ਗਈ, ਉਹਨਾਂ ਨੂੰ ਟਾਈਮ ਸਿਰ ਤਨਖਾਹ ਮਿਲਣੀ ਸ਼ੁਰੂ ਹੋ ਗਈ, ਉਹਨਾਂ ਨੂੰ ਹੋਰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ। ਹਿਮਾਚਲ ਨੇ ਵੀ ਇਹਨਾਂ ਨੂੰ ਆਪਣੇ ਆਪ ਤੋਂ ਵੱਖਰਾ ਕਰ ਲਿਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ 2 pronged ਪਾਲਿਸੀ ਭਗਵੰਤ ਸਿੰਘ ਮਾਨ ਨੂੰ ਅਡਾਪਟ ਕਰਨੀ ਪਊਗੀ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਉੱਥੇ ਪ੍ਰੋਫੈਸਰਸ ਹੈਗੇ ਆ ਜਾਂ ਇੰਪਲਾਈਜ਼ ਹੈਗੇ ਆ ਜਾਂ ਪੰਜਾਬ ਦੀ ਦੂਸਰੀ ਹਾਇਰ ਐਜੂਕੇਸ਼ਨ, ਅਗਲੇ ਇਹਨਾਂ ਨੂੰ ਕਹਿ ਸਕਦੇ ਆ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਤੁਸੀਂ ਆਪਣੀ ਜਿਹੜੀ ਹਾਇਰ ਐਜੂਕੇਸ਼ਨ ਆ ਉਹਨੂੰ ਤੇ ਤਹਿਸ ਨਹਿਸ ਕਰ ਦਿੱਤਾ। ਹੁਣ ਤੁਸੀਂ ਦੂਸਰੇ ਪਾਸੇ ਜਿਹੜਾ ਹੈਗਾ ਕਹਿਣ ਡਏ ਹੋ ਕਿ ਜਿਹਦੇ ਵਿੱਚ ਸੈਂਟਰ ਦੀ ਸਿੱਧੀ ਦਖਲਅੰਦਾਜ਼ੀ ਹੈਗੀ ਆ। ਇੱਕ ਤਾਂ ਇਹ ਹੈਗਾ ਕਿ ਇਹ ਰਾਏ ਅਵਾਮਾ ਤਿਆਰ ਕਰਨ ਦੀ ਲੋੜ ਹੈਗੀ ਆ, ਪਰ ਤੁਹਾਨੂੰ ਉੱਥੋਂ ਦੀ ਫੈਕਲਟੀ ਨੂੰ
ਜਾਂ ਪੰਜਾਬ ਦੀ ਦੂਸਰੀ ਫੈਕਲਟੀ ਨੂੰ ਇਸ ਮਾਮਲੇ 'ਚ ਨਾਲ ਲੈਣਾ ਬਣਦਾ ਹੈ। ਨਾਲ ਤਾਂ ਹੀ ਲੈ ਸਕਦਾ ਵਾ ਕਿ ਜੇ ਉਹਨਾਂ ਦੀਆਂ ਜੈਨੂਅਨ ਮੰਗਾਂ ਹੈਗੀਆਂ, ਖਾਸ ਕਰਕੇ ਮੈਂ ਜਿਹੜੀ ਗੱਲ ਕੀਤੀ ਆ, ਉਹ ਲਾਗੂ ਹੋਣੇ ਚਾਹੀਦੇ ਆ। ਤੇ ਇਹਦੇ ਨਾਲ ਨਾਲ ਜਿਹੜਾ ਤੁਸੀਂ ਸੈਂਟਰ ਦੇ ਨਾਲ ਵੀ ਆਪਣਾ ਆਡਾ ਰਾਈ ਰੱਖੋ। ਜੇ ਇਕੱਲਾ ਤੁਸੀਂ ਉਸੇ ਗੱਲ ਤੇ ਲਾਈ ਰੱਖੋਗੇ ਕਿ ਪੰਜਾਬ ਜਿਹੜਾ ਹੈਗਾ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਉਹ ਸੈਂਟਰ ਦੇ ਨਾਲ ਨਾ ਜਾਵੇ, ਦੂਸਰੇ ਪਾਸੇ ਸੈਂਟਰ ਉਹਨਾਂ ਨੂੰ ਜਿਹੜੀਆਂ ਉਹ ਸਾਰੀਆਂ ਫੈਸਿਲਿਟੀ ਦੇ ਦਿੰਦੀਆਂ ਵਾ, ਕੋਈ ਯੂਨੀਵਰਸਿਟੀ ਦੇ ਟੀਚਰ ਜਾਂ ਯੂਨੀਵਰਸਿਟੀ ਜਿਹੜੀ ਉਹ ਇਹ ਨਹੀਂ ਚਾਹੂਗੀ ਕਿ ਉਹ ਜਿਹੜਾ ਤੁਸੀਂ ਇਸ ਪਾਸੇ ਵਾਲੇ, ਇਸ ਕਰਕੇ ਉਹ ਪੰਜਾਬ ਨਾਲ ਰਹਿਣਾ ਚਾਹੁੰਦੇ ਆ ਕਿ ਪੰਜਾਬ ਜਿਹੜੇ ਦੀ ਕੋਈ ਆਇਡੈਂਟੀਟੀ, ਉਹਨਾਂ ਵਾਸਤੇ ਆਇਡੈਂਟੀਟੀ ਦਾ ਕੋਈ ਸਵਾਲ ਨਹੀਂ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਨੂੰ ਲਾਰਜਰ ਕੰਟੈਕਸਟ ਦੇ ਵਿੱਚੋਂ ਦੇਖਣ ਦੀ ਲੋੜ ਹੈਗੀ ਆ, ਤਾਂ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਜਿਹੜਾ ਉਹ ਸਟੇਟਸ ਬਣਿਆ ਰਵੇ। ਬੀਜੇਪੀ ਸੈਂਟਰ ਗਵਰਨਮੈਂਟ ਚਾਹੂਗੀ, ਅਲਟੀਮੇਟਲੀ ਧਿਆਨ ਉਹਨਾਂ ਦਾ ਜਿਹੜਾ ਵਾ ਉਹ ਚੰਡੀਗੜ੍ਹ ਵਾਲੇ ਪਾਸੇ ਦੇ ਉੱਤੇ ਆ। ਚੰਡੀਗੜ੍ਹ ਜਿਹੜਾ ਉਹਨਾਂ ਵਾਸਤੇ ਤੁਸੀਂ ਦੇਖਿਆ ਪਹਿਲੇ ਸਮੇਂ ਦੇ ਵਿੱਚ ਕਿ ਲਾਰਜੈਸਟ ਪਾਰਟੀ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ ਹੋਈ ਸੀਗੀ, ਉਹਦੇ ਵਿੱਚੋਂ ਆਮ ਆਦਮੀ ਪਾਰਟੀ ਮਰਜ ਹੋਈ ਸੀ, ਧੱਕੇ ਨਾਲ ਉਹ ਸਰਕਾਰ ਬਣਾ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਚੰਡੀਗੜ੍ਹ ਜਿਹੜਾ ਹੈਗਾ, ਜੇ ਅਸੀਂ ਘੱਟੋ ਘੱਟ ਪੰਜਾਬ ਨੂੰ ਉਸ ਤਰੀਕੇ ਨਾਲ ਨਹੀਂ ਦਬਾ ਸਕਦੇ, ਜੇ ਚੰਡੀਗੜ੍ਹ ਸਾਡੇ ਕਬਜ਼ੇ 'ਚ ਆ ਜਾਂਦਾ ਤੇ ਮੈਨੂੰ ਲੱਗਦਾ ਕਿ ਉਹਨੂੰ ਲੱਗਦਾ ਵੀ ਅੱਧੀ ਲੜਾਈ ਅਸੀਂ ਲੜ ਲੈਂਦੇ ਹਾਂ। ਪਰ ਇਹ ਸਾਰੇ ਵਰਤਾਰੇ ਦੇ ਵਿੱਚ ਜਿਹੜੀਆਂ ਸਾਡੀਆਂ ਰੂਲਿੰਗ ਧਿਰਾਂ ਸੀਗੀਆਂ, ਚਾਹੇ ਉਹ ਅਕਾਲੀ ਸੀ, ਚਾਹੇ ਕਾਂਗਰਸੀ, ਚਾਹੇ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਸੀਗੇ, ਚਾਹੇ ਉਹਨਾਂ ਦੇ ਫਾਈਨਾਂਸ ਮਿਨਿਸਟਰ ਸੀਗੇ, ਜਿਸ ਸਥਿਤੀ ਦੇ ਉੱਤੇ ਪੰਜਾਬ ਯੂਨੀਵਰਸਿਟੀ ਅੱਜ ਪਹੁੰਚੀ ਆ, ਇਹ ਸਾਰੇ ਹੀ ਉਸ ਦੇ ਜਿਹੜੇ ਹੈਗੇ ਆ ਸਿੱਧੇ ਤੌਰ ਤੇ ਜ਼ਿੰਮੇਵਾਰ। ਜੀ ਬਿਲਕੁਲ, ਇਹਨਾਂ ਨੂੰ ਵੀ ਇਹਦੇ ਵਿੱਚ ਮਨਫੀ ਨਹੀਂ ਕੀਤਾ ਜਾ ਸਕਦਾ ਪ੍ਰੋਫੈਸਰ ਸਾਹਿਬ, ਜਿੰਨੀਆਂ ਸਿਆਸੀ ਧਿਰਾਂ ਪਿਛਲੀਆਂ ਰਹੀਆਂ। ਪਰ ਹੁਣ ਦੀ ਧਿਰ, ਮੈਂ ਇੱਕ ਵਾਰ ਫਿਰ ਇਸੇ ਵਿਸ਼ੇ ਤੇ ਆਵਾਂ ਕਿ ਕੀ ਸਿਰਫ ਚਿੱਠੀ ਲਿਖਣ ਤੱਕ ਸੀਮਤ ਹੋਣਾ ਚਾਹੀਦਾ ਹੈ ਜਾਂ ਕੋਈ ਠੋਸ ਐਕਸ਼ਨ, ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜਾ ਕੇ ਸੰਗਰੂਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ, ਇਸੇ ਤਰ੍ਹਾਂ ਲੋਕ ਕਹਿੰਦੇ ਨੇ ਕਿ ਇੰਨਾ ਜੋਸ਼ ਜੇਕਰ ਤੁਸੀਂ ਚੰਡੀਗੜ੍ਹ ਨੂੰ ਬਚਾਉਣ ਲਈ ਲਾਓ, ਪੰਜਾਬ 'ਚ 92 ਐਮਐਲਏ ਨੇ, ਦਿੱਲੀ ਦੇ ਵਿੱਚ ਵੀ ਤੁਹਾਡੇ ਐਮਐਲਏ 50-55 ਤੋਂ ਉੱਪਰ ਐਮਐਲਏ ਬੈਠੇ ਨੇ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਆਂਬਲਾ ਜਾ ਕੇ ਦਿੱਲੀ ਤੱਕ ਮਾਰਿਆ ਜਾਵੇ, ਉੱਥੇ ਵੀ ਤੁਹਾਡੀ ਸਰਕਾਰ ਹੈ, ਇੱਥੇ ਵੀ ਆ, ਸਾਰਾ ਕੁਝ ਤੁਹਾਡੇ ਅੰਡਰ ਹੈ, ਤੇ ਤੁਸੀਂ ਜਾ ਕੇ ਉੱਥੇ ਹੰਬਲਾ ਮਾਰ ਕੇ ਕੇਂਦਰ ਸਰਕਾਰ ਦੇ ਜਿਵੇਂ ਕਹਿੰਦੇ ਕਿ ਨੱਕ 'ਚ ਦਮ ਕਰ ਦਿੱਤਾ ਜਾਏ। ਨਾਲੇ ਇਹ ਕਹਿੰਦੇ ਸੀ ਕਿ ਇਨਕਲਾਬ ਲਿਆਵਾਂਗੇ, ਰਾਸ਼ਟਰਵਾਦ ਨੂੰ ਲੈ ਕੇ ਕੇਂਦਰ ਦੇ ਨਾਲ ਇਹਨਾਂ ਦੀ ਸੁਰ ਸਾਂਝ ਰਲਦੀ ਆ, ਤੇ ਫਿਰ ਇਸ ਮੁੱਦੇ ਤੇ ਕਿਉਂ ਨਹੀਂ, ਫੈਡਰਲ ਢਾਂਚੇ ਦੇ ਮੁੱਦੇ ਤੇ ਕਿਉਂ ਨਹੀਂ, ਜਮਹੂਰੀਅਤ ਦੀ ਗੱਲ ਕਿਉਂ ਨਹੀਂ? ਜਮਹੂਰੀਅਤ ਦੀ ਗੱਲ ਕਰਨ ਵਾਲੇ ਜਿਹੜੇ ਹੈਗੇ ਸੀ ਬਹੁਤ ਪਿੱਛੇ ਰਹਿ ਗਏ। ਜਿਹੜਾ ਕਿਸੇ ਸਮੇਂ ਦੇ ਵਿੱਚ ਅਕਾਲੀ ਦਲ ਹੁੰਦਾ ਸੀ ਜਿਹੜਾ ਜਮਹੂਰੀਅਤ ਦੀ ਗੱਲ ਕਰਦੇ ਸੀ, ਆਮ ਆਦਮੀ ਪਾਰਟੀ ਕੋਲੋਂ ਅਸੀਂ ਇਸ ਕਿਸਮ ਦੀ ਫੈਡਰਲਿਜ਼ਮ ਦੀ ਗੱਲ ਕਰੀਏ, ਮੈਨੂੰ ਬਹੁਤਾ ਉਹਦੇ ਤੋਂ ਕੋਈ ਬਹੁਤੀ ਆਸ ਨਹੀਂ ਲੱਗਦੀ, ਕਿਉਂਕਿ ਉਹਦਾ ਆਪਣਾ ਢਾਂਚਾ ਜਿਹੜਾ ਬਹੁਤ ਵੱਡਾ, ਬਹੁਤ ਫੈਡਰਲ ਨਹੀਂ ਹੈਗਾ, ਆਪਣੀ ਉੱਥੇ ਸੈਂਟਰਲਾਈਜੇਸ਼ਨ ਪਾਵਰ ਹੈਗੀ ਆ। ਦੂਸਰੀ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਕੋਲ ਇੰਨੀ ਤਾਕਤ ਹੈਗੀ ਆ ਇਸ ਆਮ ਆਦਮੀ ਪਾਰਟੀ ਕੋਲ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਵਿੱਚ ਉਸ ਕਿਸਮ ਦਾ ਜਿਹੜਾ ਇਹਨਾਂ ਦੀ ਬੈਕਿੰਗ ਹੈਗੀ ਆ, ਜਾਂ ਇਹਨਾਂ 'ਚ ਉਸ ਕਿਸਮ ਦੀ ਆਰਟੀਕੂਲੇਸ਼ਨ ਹੈਗੀ ਆ। ਤੁਸੀਂ ਦੇਖੋ ਤੁਹਾਡੇ ਸਾਹਮਣੇ ਕਿੰਨਾ ਕਿ ਇਹਨਾਂ ਕੋਲ ਅਕੈਡਮੀਸ਼ੀਆ ਹੈਗਾ, ਪੰਜਾਬ ਦੇ ਵਿੱਚ ਅਕੈਡਮੀਸ਼ੀਆ ਹੈਗਾ, ਉਹਨਾਂ ਨੂੰ ਕਿਉਂ ਨਹੀਂ ਕੌਨਫੀਡੈਂਸ ਲੈਂਦੇ? ਪੰਜਾਬ ਦੀ ਜਿਹੜੀ ਫੈਕਲਟੀ ਉਹਨੂੰ ਕਿਉਂ ਨਹੀਂ ਕੌਨਫੀਡੈਂਸ ਲੈਂਦੇ? ਪਰ ਪਹਿਲੋਂ ਇਹਨਾਂ ਨੂੰ ਆਪਣਾ ਘਰ ਸੁਧਾਰਨਾ ਪਊਗਾ, ਸਿਰਫ ਚਿੱਠੀਆਂ ਲਿਖਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਵੇਟ ਐਂਡ ਵਾਚ ਵਾਲੀ ਪਾਲਿਸੀ ਹੈਗੀ ਆ। ਬੀਜੇਪੀ ਡਿਟਰਮਿੰਡ ਹੋਈ ਪਈ ਆ ਕਿ ਉਹ ਜਿਹੜਾ, ਕਿਉਂਕਿ ਜੇ ਸੈਂਟਰ ਗਵਰਨਮੈਂਟ ਜੋ ਕਹਿੰਦੀ ਆ, ਬੀਜੇਪੀ ਉਸ ਗੱਲ ਦੀ ਕਹੂਗੀ, ਉਹ 'ਚ ਲੌਜਿਕ ਇਹ ਦਊਗੀ ਕਿ ਗ੍ਰਾਂਟਾਂ ਨਹੀਂ ਦਿੰਦੇ, ਉਹ ਤਨਖਾਹਾਂ ਨਹੀਂ ਮਿਲਦੀਆਂ। ਉਹਦੇ ਵਿੱਚ ਰਿਸਰਚ ਦਾ ਜਿਹੜਾ, ਵੈਸੇ ਰਿਸਰਚ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਜੋ ਆਇਆ ਸੀ ਇੰਡੈਕਸ, ਉਹ ਟੀਚਰ ਵੀ ਦੱਸਦੇ ਵੀ ਬਹੁਤ ਥੱਲੇ ਚਲਾ ਗਿਆ ਪਹਿਲੇ ਸਮੇਂ ਦੇ ਉੱਤੋਂ। ਤੋ ਇਸ ਕਰਕੇ ਸਿਰਫ ਉਹਤੇ ਧਰਨਾ ਲਾਉਣ ਨਾਲ ਗੱਲ ਨਹੀਂ ਬਣਦੀ, ਜਾਂ ਰੌਲਾ ਰੱਪਾ। ਪੰਜਾਬ ਦੇ ਮਸਲੇ ਹੋਰ ਬਹੁਤ ਹੈਗੇ ਆ, ਇਹਨੂੰ ਜੇ ਤੁਸੀਂ ਨਜਿੱਠਣਾ ਹੈਗਾ ਤੇ ਸਾਰੇ ਪੰਜਾਬ ਦੇ ਇੰਟੈਲੀਜੈਂਸੀਆ ਨਾਲ ਲੈਣਾ ਪਊਗਾ ਤੁਹਾਨੂੰ। ਪੰਜਾਬ ਦੀ ਕਿਸਾਨੀ ਦੇ ਨਾਲ ਵੀ ਜਿਹੜੀ ਆ, ਕਿਉਂਕਿ ਜ਼ਿਆਦਾਤਰ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ, ਤੁਹਾਡਾ ਫਿਰੋਜ਼ਪੁਰ ਹੈਗਾ, ਫਿਰ ਹੋਰ ਜਿਹੜੇ ਲੁਧਿਆਣਾ ਉਹਦੇ ਵਿੱਚ ਆ ਜਾਂਦਾ ਵਾ, ਇਹ ਜ਼ਿਲ੍ਹੇ ਹੈਗੇ, ਮੋਗਾ ਹੈ, ਮੁਕਤਸਰ ਹੈ, ਫਾਜ਼ਿਲਕਾ ਹੈ, ਇਹ ਸਾਰੇ ਜ਼ਿਲ੍ਹੇ, ਜਗਰਾਓਂ, ਇਹ ਸਾਰਾ ਇਹਦੇ ਵਿੱਚ ਆ ਜਾਂਦਾ। ਤੁਹਾਨੂੰ ਕਿਸਾਨੀ ਨੂੰ ਵੀ ਨਾਲ ਲੈਣਾ ਪਊਗਾ, ਇਹ ਆਟੋਨਮੀ ਦਾ ਸਵਾਲ ਬਣਾਉਣਾ ਪਊਗਾ। ਆਟੋਨਮੀ ਦੇ ਸਵਾਲ ਬਣਾਉਣ ਵਾਸਤੇ ਇਹਨਾਂ ਨੂੰ ਜਿਹੜਾ ਘੱਟੋ ਘੱਟ ਜਿਹੜੀਆਂ ਤਾਕਤਾਂ ਜਿਹੜੀਆਂ ਹੈਗੀਆਂ, ਜਿਹੜੀਆਂ ਫੈਡਰਲ ਸਿਸਟਮ ਦੇ ਹੱਕ ਦੇ ਵਿੱਚ ਹੈਗੀਆਂ ਵਾ, ਜਾਂ ਜਿਹੜੀਆਂ ਖਾਸ ਕਰਕੇ ਸੈਂਟਰ ਦੀਆਂ ਜਿਹੜੀਆਂ ਸੈਂਟਰਲਾਈਜ਼ਡ ਪਾਲਿਸੀ ਉਹਦੇ ਖਿਲਾਫ ਲੜ ਰਹੀਆਂ ਵਾ, ਉਹਨਾਂ ਨੂੰ ਨਾਲ ਲੈਣਾ ਪਊਗਾ। ਪਰ ਇਹਦੇ ਨਾਲ ਹੀ ਜਿਹੜੇ ਸਟੇਕ ਹੋਲਡਰਸ ਹੈਗੇ ਆ, ਚਾਹੇ ਤੁਹਾਡੀਆਂ ਯੂਨੀਵਰਸਿਟੀਜ਼ ਹੈਗੀਆਂ ਵਾ, ਉਹਨਾਂ ਨੂੰ ਵੀ ਕੌਨਫੀਡੈਂਸ ਲੈਣਾ ਪਊਗਾ, ਉਹ ਫੈਕਲਟੀ ਨੂੰ ਵੀ ਨਾਲ ਲੈਣਾ ਪਊਗਾ, ਵਿਦਿਆਰਥੀਆਂ ਨੂੰ ਵੀ ਨਾਲ ਲੈਣਾ ਪਊਗਾ, ਤਾਂ ਕਿ ਇਹ ਲੜਾਈ ਜਿਹੜੀ ਹੈਗੀ ਇਹਨੂੰ ਇਸ਼ੂ ਬਣਾਇਆ ਜਾ ਸਕੇ। ਕੱਲਿਆਂ ਲੜਾਈ ਲੜਨ ਦੀ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਕੋਲ ਕਪੈਸਿਟੀ ਹੈਗੀ ਆ। ਪੰਜਾਬ ਦੇ ਵਿੱਚ ਠੀਕ ਆ, ਆਪਣਾ ਰੌਲਾ ਰੱਪਾ ਪਾ ਸਕਦੇ ਆ। ਜਿਸ ਕਿਸਮ ਦੀ ਸੈਂਟਰਲਾਈਜੇਸ਼ਨ ਆਫ ਪਾਵਰ ਹੋਈਆਂ, ਜਿਸ ਕਿਸਮ ਦੀਆਂ ਤੁਹਾਡੀਆਂ ਆਲੇ ਦੁਆਲੇ 'ਚ ਸਰਕਾਰਾਂ ਬਣੀਆਂ, ਤੁਹਾਡੇ ਕੋਲ ਹਰਿਆਣੇ 'ਚ ਕਿੱਦਾਂ ਦੀ ਸਰਕਾਰ ਹੈਗੀ ਆ, ਤੁਹਾਡੇ ਨਾਲ ਯੂਪੀ 'ਚ ਕਿਸ ਤਰ੍ਹਾਂ ਦੀ ਸਰਕਾਰ ਹੈਗੀ ਆ, ਦਿੱਲੀ ਦੀ ਸਰਕਾਰ ਨੂੰ ਤੇ ਆਪਾਂ ਬਹੁਤਾ ਮੰਨ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਤੇ ਆਪਣੇ ਵਿਚਾਰਿਆਂ ਦੀ ਛੋਟੀਆਂ ਮੋਟੀਆਂ ਗੱਲਾਂ, ਗਲੀਆਂ ਸਾਫ਼ ਕਰਨੀਆਂ, ਨਾਲੀਆਂ ਸਾਫ਼ ਕਰਨੀਆਂ, ਮਹੱਲਾ ਕਲੀਨਿਕ ਬਣਾਉਣੇ, ਜਾਂ ਰਾਸ਼ਨ ਵੰਡਣ ਦੇ ਵਿੱਚ ਵੀ ਉਹਨਾਂ ਕੋਲ ਪੂਰੀ ਆਟੋਨਮੀ ਨਹੀਂ ਹੈਗੀ। ਸਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ। ਮੈਨੂੰ ਲੱਗਦਾ ਇਮੀਡੀਏਟਲੀ ਭਗਵੰਤ ਸਿੰਘ ਮਾਨ ਜਿਹੜਾ ਉੱਥੋਂ ਜੇ ਵਿਹਲੇ ਹੁੰਦੇ ਆ
ਜਿੰਨੇ ਪੰਜਾਬ ਦੇ ਹਿਤੈਸ਼ੀ ਪੁਰਾਣੇ ਵਾਈਸ ਚਾਂਸਲਰਸ ਹੈਗੇ ਆ ਜਾਂ ਹੋਰ ਪੰਜਾਬ ਦਾ ਬੁੱਧੀਜੀਵ ਹੈਗਾ, ਉਹ ਬੁੱਧੀਜੀਵ ਨਹੀਂ ਜਿਹੜਾ ਗੱਲਾਂ ਬਾਤਾਂ ਕਰਨ ਵਾਲਾ ਮੇਰੇ ਵਰਗਾ ਹੋਵੇ, ਉਹ ਬੁੱਧੀਜੀਵ ਜਿਹੜੇ ਲੋਕਾਂ ਦੇ ਬੁੱਧੀਜੀਵ ਹੈਗੇ ਆ। ਜੇ ਉਹਨਾਂ ਨੂੰ ਲੋੜ ਪਵੇ ਤੇ ਉਹ ਲੜ ਵੀ ਸਕਦੇ ਆ, ਉਹ ਆਪਣੇ ਅਰੈਸਟ ਵੀ ਦੇ ਸਕਦੇ ਆ, ਉਹ ਭੁੱਖ ਹੜਤਾਲ ਤੇ ਵੀ ਬਹਿ ਸਕਦੇ ਆ। ਇਹਦੇ ਨਾਲ ਨਾਲ ਜਿਹੜੀਆਂ ਮਾਸ ਜਥੇਬੰਦੀਆਂ, ਪੰਜਾਬ ਦੀ ਗੁੱਡ ਲੱਕ ਇਹ ਹੈਗੀ ਆ ਕਿ ਸਾਡੇ ਕੋਲ ਮਾਸ ਜਥੇਬੰਦੀਆਂ ਹੈਗੀਆਂ। ਤੁਸੀਂ ਇੱਕ ਆਵਾਜ਼ ਦੇ ਨਾਲ ਉਹਨਾਂ ਨੂੰ ਤੋੜ ਸਕਦੇ ਹੋ, ਬਸ਼ਰਤੇ ਕਿ ਤੁਸੀਂ ਉਹ ਮਾਹੌਲ ਸਿਰਜੋ, ਬਸ਼ਰਤੇ ਕਿ ਜਿਹੜੀਆਂ ਉਹਨਾਂ ਦੀਆਂ ਜੈਨੂਅਨ ਮਸਲੇ ਹੈਗੇ ਆ ਜਿਨ੍ਹਾਂ ਕਰਕੇ ਇਹ ਲੋਕੀ ਸਪੋਰਟ ਕਰ ਰਹੇ ਆ ਵੀ ਇਹ ਸੈਂਟਰਲ ਯੂਨੀਵਰਸਿਟੀ ਬਣ ਜਾਵੇ, ਉਹਨੂੰ ਤੁਸੀਂ ਹੱਲ ਕਰੋ, ਤਾਂ ਹੀ ਇਹ ਪੋਸੀਬਲ ਹੋ ਸਕਦਾ। ਨਹੀਂ ਤੇ ਗੱਲਾਂ ਬਾਤਾਂ ਦੇ ਨਾਲ, ਚਿੱਠੀ ਲਿਖਣ ਦੇ ਨਾਲ ਉਹਨਾਂ ਦੀ ਸਿਹਤ ਤੇ ਕੋਈ ਸ਼ਾਇਦ ਬਹੁਤਾ ਅਸਰ ਨਹੀਂ ਪਊਗਾ। ਹਾਂ, ਇਹ ਗੱਲ ਪੱਕੀ ਆ, ਜੇ ਪੰਜਾਬ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਬਣਦੀ ਆ ਤੇ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਪੰਜਾਬ ਨੂੰ ਨਹੀਂ, ਜਿਹੜੀਆਂ ਹੋਰ ਸਟੇਟਾਂ ਵੀ ਹੈਗੀਆਂ, ਖਾਸ ਕਰਕੇ ਜਿਹੜੀਆਂ ਨੌਨ ਬੀਜੇਪੀ ਗਵਰਨਡ ਸਟੇਟਸ ਹੈਗੀਆਂ। ਤੁਸੀਂ ਦੇਖਿਆ ਥੋੜਾ ਸਮਾਂ ਪਹਿਲਾਂ ਮਮਤਾ ਬੈਨਰਜੀ ਨੇ ਗਵਰਨਰ ਨੂੰ ਹਟਾ ਕੇ ਚੀਫ ਮਿਨਿਸਟਰ ਨੂੰ ਚਾਂਸਲਰ ਲਾ ਦਿੱਤਾ, ਭਾਵੇਂ ਕਿ ਗੱਲ ਨਰਿੰਦਰ ਮੋਦੀ ਨੇ 2013 ਦੇ ਵਿੱਚ ਕੀਤੀ ਸੀਗੀ। ਇਹ ਇਹਨਾਂ ਨੇ ਹੋਰ ਸਟੇਟਾਂ ਦੇ ਵਿੱਚ ਉਹਨੂੰ ਅਲਾਓ ਨਹੀਂ ਕਰਨਗੇ। ਹੋ ਸਕਦਾ ਇਹਨਾਂ ਨੂੰ ਕੋਈ ਇਸ ਕਿਸਮ ਦਾ ਰੈਜ਼ੋਲੂਸ਼ਨ ਪਾਸ ਕਰਨਾ ਪਵੇ ਆਪਣੀ ਵਿਧਾਨ ਸਭਾ ਦੇ ਵਿੱਚ, ਔਰ ਵਿਧਾਨ ਸਭਾ ਦਾ ਸੈਸ਼ਨ ਹੋਣ ਵਾਲਾ ਵਾ, ਉਹਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਨ ਔਰ ਸਟਰੋਂਗਲੀ ਕੰਡੈਮ ਕਰਨ। ਪਰ ਫਿਰ ਮੈਂ ਬਾਰ-ਬਾਰ ਕਹਿਣਾ ਵਾ ਕਿ ਜਿਹੜੇ ਉਹਨਾਂ ਦੇ ਜੈਨੂਅਨ ਜਿਹੜੇ ਮਸਲੇ ਹੈਗੇ ਆ, ਫੈਕਲਟੀ ਦੇ ਆ, ਐਜੂਕੇਸ਼ਨ ਦੇ ਆ, ਜਾਂ ਕਿਸੇ ਵੀ ਕਿਸਮ ਦੀ ਐਜੂਕੇਸ਼ਨ ਹੈਗੀ ਆ, ਪ੍ਰਾਇਮਰੀ ਆ, ਸੈਕੰਡਰੀ ਆ, ਜਾਂ ਤੁਹਾਡੀ ਹਾਇਰ ਐਜੂਕੇਸ਼ਨ ਆ, ਜਿਹੜੇ ਉਹਨਾਂ ਦੇ ਜੈਨੂਅਨ ਮਸਲੇ ਆ, ਉਹਨਾਂ ਨੂੰ ਵੀ ਪ੍ਰਾਇਰਟੀ ਤੇ ਹੱਲ ਕਰਕੇ, ਤਾਂ ਕਿ ਜਿੰਨਾ ਚਿਰ ਤੁਸੀਂ ਸਟੇਕ ਹੋਲਡਰ ਨੂੰ ਨਾਲ ਲੈ ਕੇ ਨਹੀਂ ਚੱਲਦੇ, ਕੋਈ ਵੀ ਜਿਹੜਾ ਤੁਹਾਡਾ ਹੈਗਾ ਕੰਮ ਉਹ ਸਿਰੇ ਨਹੀਂ ਲੱਗਦਾ। ਉਮੀਦ ਤੇ ਖੜਿਆ ਸਾਰਾ ਕੁਝ, ਜੋ ਸਰਕਾਰ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਤੁਸੀਂ ਸੰਗਰੂਰ ਵਾਲੀ ਬਾਈ ਇਲੈਕਸ਼ਨ ਤੋਂ ਵਿਹਲੇ ਹੋਵੋ ਤੇ ਉਸ ਤੋਂ ਬਾਅਦ ਫਿਰ ਉਸੇ ਮੋੜ ਦੇ ਵਿੱਚ ਆਓ ਜਿਹੜੇ ਮੋੜ ਦੀ ਪੰਜਾਬ ਤੇ ਪੰਜਾਬੀ ਉਮੀਦ ਕਰਦੇ ਨੇ ਕਿ ਬਦਲਾਅ ਵਾਲੇ ਪਾਸੇ। ਇੱਕ ਹੋਰ ਗੱਲ ਮੈਂ ਪ੍ਰੋਫੈਸਰ ਪੜ੍ਹ ਰਿਹਾ ਸੀ ਕਿਤੇ ਕਿ ਭ੍ਰਿਸ਼ਟਾਚਾਰ ਦਾ ਬੋਲਬਾਲਾ ਉਸੇ ਢੰਗ ਦੇ ਨਾਲ ਹੈ। ਰਿਪੋਰਟਾਂ ਦੱਸਦੀਆਂ ਨੇ ਕਿ ਜਿਵੇਂ ਤੁਸੀਂ ਲਾ ਲਓ ਕਿ ਕੋਈ ਸਰਕਾਰੀ ਮੁਲਾਜ਼ਮ ਹੈ, ਉਹਦੀ 70,000 ਤੋਂ ਲੈ ਕੇ 60-70,000 ਤੋਂ ਲੈ ਕੇ ਲੱਖਾਂ ਦੇ ਵਿੱਚ ਤਨਖਾਹ ਹੁੰਦੀ ਹੈ, ਪਰ ਸਰਦਾ ਨਹੀਂ। ਭ੍ਰਿਸ਼ਟਾਚਾਰ ਤੋਂ ਬਿਨਾਂ ਤਾਂ 1% ਵੀ ਨਹੀਂ ਸਰਦਾ ਉਹਨਾਂ ਦਾ, ਜਿੱਥੋਂ ਤੱਕ ਆਪਾਂ ਦੇਖਦੇ ਹਾਂ। ਕੋਈ ਬਿਰਲਾ ਹੋਣਾ ਜਿਹਨੂੰ ਆਪਾਂ ਇਮਾਨਦਾਰ ਕਹਿ ਸਕਦੇ ਆ। ਜਿਹੜੇ ਪ੍ਰਾਈਵੇਟ ਕੰਮ ਕਰਦੇ ਨੇ ਉਹਨਾਂ ਵਿਚਾਰਿਆਂ ਨੂੰ ਕੋਈ ਸਹੂਲਤ ਵੀ ਨਹੀਂ ਹੁੰਦੀ। 10, 20, 25,000 ਕੋਈ 5,000 ਤੇ ਵੀ ਕੰਮ ਕਰੀ ਜਾਂਦਾ, ਮਤਲਬ ਕਿ ਆਪਣਾ ਡੰਗ ਸਾਰੀ ਜਾਂਦਾ, ਪਰ ਉਹ ਕੋਈ ਰਿਸ਼ਵਤ ਨਹੀਂ ਲੈਂਦੇ, ਕੰਮ ਪੂਰਾ ਕਰਦੇ ਨੇ। 8 ਦੀ ਥਾਂ ਤੇ 10 ਘੰਟੇ 12 ਘੰਟੇ ਵੀ ਓਵਰ ਟਾਈਮ ਹੋ ਕੇ ਕੰਮ ਕਰ ਦਿੰਦੇ ਨੇ। ਇੱਧਰ ਇਹ ਨੇ ਸਰਕਾਰੀ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਹੈ, ਉਹਨਾਂ ਨੂੰ ਮੁੜ ਕੇ ਪੈਨਸ਼ਨ ਵੀ ਮਿਲ ਜਾਣੀ ਹੈ, ਰਿਟਾਇਰਮੈਂਟ ਤੇ ਵੀ ਮਿਲ ਜਾਣਾ। ਇਹ ਕਹਿ ਸਕਦੇ ਨੇ ਕਿ ਸਾਡੀ ਕੁਆਲੀਫਿਕੇਸ਼ਨ ਤੇ ਉਹਨਾਂ ਦੀ ਦੇ ਵਿੱਚ ਫਰਕ ਹੈ, ਪਰ ਅੱਜ ਕੱਲ ਤਾਂ ਸਭ ਬਰਾਬਰ ਹੋਏ ਪਏ ਨੇ। ਜਿਹੜੇ ਬਹੁਤੇ ਪੜ੍ਹੇ ਲਿਖੇ ਨੇ, PhDs ਨੇ, ਉਹ ਵੀ ਕਿਤੇ ਨਾ ਕਿਤੇ ਚਪੜਾਸੀ ਦੀ ਨੌਕਰੀ ਦੇ ਲਈ ਅਪਲਾਈ ਕਰ ਦਿੰਦੇ ਨੇ ਕਿ ਇੱਕ ਵਾਰ ਤਾਂ ਫਸ ਜਾਈਏ। ਮੇਰਾ ਸਵਾਲ ਇੱਥੇ ਆ ਕੇ ਮੁੱਕਦਾ ਕਿ ਕੀ ਸਰਕਾਰੀ ਸਿਸਟਮ ਦੇ ਵਿੱਚ ਹੀ ਸਭ ਕੁਝ ਠੀਕ ਰਹੂਗਾ, ਜਾਂ ਫਿਰ ਇਹਨੂੰ ਠੇਕੇ ਤੇ ਦੇ ਦਿੱਤਾ ਜਾਵੇ, ਜਿਵੇਂ ਅੱਜ ਕੱਲ ਰਵਾਇਤ ਚੱਲੀ ਹੈ, ਹਰ ਵਿਭਾਗ ਠੇਕੇ ਤੇ, ਫੌਜ ਵੀ ਠੇਕੇ ਤੇ? ਨਹੀਂ, ਮੈਂ ਠੇਕੇ ਵਾਲੇ ਹੱਕ ਦੇ ਵਿੱਚ ਬਿਲਕੁਲ ਨਹੀਂ ਆ। ਇਹ ਠੀਕ ਆ ਕਿ ਭ੍ਰਿਸ਼ਟਾਚਾਰ ਸਾਡੇ ਸਮਾਜ ਦੇ ਵਿੱਚ ਵਰਤਾਰਾ ਬਣ ਚੁੱਕਾ। ਗਰੀਡ ਦੀ ਕੋਈ ਹੱਦ ਨਹੀਂ ਹੁੰਦੀ, ਨੀਡ ਦੀ ਇੱਕ ਲਿਮਿਟ ਹੁੰਦੀ ਆ। ਜਿਹੜੇ ਤੁਸੀਂ ਵੱਡਿਆਂ ਜਿਹੜੇ ਕਰਪਟ ਅਧਿਕਾਰੀ ਹੈਗੇ, ਸਾਰੇ ਨਹੀਂ ਹੈਗੇ, ਪਰ ਇਹ ਅੱਠੀ ਵੱਡੀ ਗਿਣਤੀ ਦੇ ਵਿੱਚ ਕਰਪਸ਼ਨ ਹੈਗੀ ਆ। ਜਦੋਂ ਬੰਦਾ ਗਰੀਡੀ ਹੋ ਜਾਂਦਾ ਉਹਦੀ ਕੋਈ ਲਿਮਿਟ ਨਹੀਂ ਹੁੰਦੀ। ਦੂਸਰੇ ਪਾਸੇ ਜਿਹੜਾ ਤੁਸੀਂ ਕਿਹਾ 5,000 10,000 ਵਾਲਾ, ਉਹ ਤਾਂ ਨੀਡ ਪੂਰੀ ਕਰਨ ਵਾਲੇ ਹੁੰਦੇ, ਉਹ ਤਾਂ ਲਿਮਿਟਡ ਨੀਡ ਦੇ ਵਿੱਚ ਆਪਣਾ ਗੁਜ਼ਾਰਾ ਕਰੀ ਜਾਂਦੇ ਆ। ਇਹ ਬਹੁਤ ਵੱਡਾ ਸਵਾਲ ਆ ਸੁਖਵਿੰਦਰ ਜੀ, ਇਹ ਕੋਈ ਕਦੇ ਪੰਜਾਬ ਨਾਲ ਰਿਲੇਟਡ ਨਹੀਂ ਹੈਗਾ। ਹਾਂ, ਇਹ ਜ਼ਰੂਰ ਹੈਗਾ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਵਰਤਾਰਾ ਸਾਰੀਆਂ ਹੱਦਾਂ ਪਾਰ ਕਰਕੇ ਚਲਾ ਗਿਆ। ਪੰਜਾਬ ਦੇ ਵਿੱਚ ਜਿਸ ਕਿਸਮ ਦਾ ਅਸੀਂ ਪਹਿਲੇ ਸਮੇਂ ਦੇ ਵਿੱਚ ਰਜੀਮ ਦੇਖੇ ਆ, ਉੱਤੋਂ ਲੈ ਕੇ ਥੱਲੇ ਤੱਕ ਮੰਤਰੀ ਸਾਹਿਬ ਇੱਕ ਪਾਸੇ ਗੁਰਬਾਣੀ ਦੇ ਜਿਹੜੇ ਵਾਕ ਚਾਰਨ ਰਹੇ ਆ, ਪਵਨ ਗੁਰੂ, ਦੂਸਰੇ ਪਾਸੇ ਉਹ ਰੁੱਖਾਂ ਦਾ ਕੀ ਹਾਲ ਕਰਨ ਰਹੇ ਆ। ਕਿਸ ਤਰੀਕੇ ਦੇ ਨਾਲ ਇਹ ਬੰਦੇ ਜਿਹੜੇ ਹੈਗੇ ਆ ਬਾਹਰੋਂ, ਕਹਿੰਦੇ ਨਾ ਉੱਤੋਂ ਬੀਬੀਆਂ ਦਾੜੀਆਂ ਤੇ ਵਿੱਚੋਂ ਕਾਲੇ ਕਾਂ ਵਾਲੀ ਗੱਲ ਹੁੰਦੀ ਆ। ਕਿਸ ਕਿਸਮ ਦਾ ਵੇਸ਼ਭੂਸ਼ਾ ਹੈ, ਕਿਸ ਕਿਸਮ ਦਾ ਵਰਤਾਰਾ ਬਣ ਗਿਆ, ਕਿਉਂਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ। ਆਪਾਂ ਦੂਸਰੀ ਸਟੇਟਾਂ ਦੀ ਐਗਜ਼ਾਮਪਲ ਕਰ ਲਈਏ, ਸਾਡੇ ਸਾਹਮਣੇ ਕੇਰਲਾ ਹੈਗੀ ਆ, ਹੋਰ ਵੀ ਸਟੇਟਾਂ ਬਹੁਤ ਹੈਗੀਆਂ ਜਿਨ੍ਹਾਂ ਦੇ ਵਿੱਚ ਉੱਥੇ ਵੀ ਤੇ ਲੋਕੀ ਨੌਕਰੀ ਕਰਦੇ ਆ। ਉੱਥੇ ਵੀ ਤੇ ਖਾਸ ਕਰਕੇ ਜਿਹੜਾ ਕਰਪਸ਼ਨ ਦਾ ਲੈਵਲ ਹੈਗਾ ਉਹ ਇਸ ਕਿਸਮ ਦਾ ਨਹੀਂ ਹੈਗਾ। ਉਹਦੇ ਵਿੱਚੋਂ ਸਾਡੇ ਵਰਤਾਰਾ ਬਣ ਗਿਆ। ਵਰਤਾਰਾ ਬਣਾਉਣ ਵਾਲੀ ਸਾਡੀ ਰੂਲਿੰਗ ਕਲਾਸ ਹੈ, ਵਰਤਾਰਾ ਬਣਾਉਣ ਵਾਲੀ ਜਿਹਨਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ। ਵਰਤਾਰਾ ਸਾਡੇ ਢਾਂਚੇ ਦਾ ਇੱਕ ਹਿੱਸਾ ਹੈ। ਸਰਪੰਚ ਨੂੰ ਸਰਪੰਚ ਦੀ ਇਲੈਕਸ਼ਨ ਲੜਨ ਵਾਸਤੇ ਕਿੰਨੇ ਲੱਖ ਰੁਪਇਆ ਖਰਚਣਾ ਪੈਂਦਾ,
ਇੱਕ ਸਧਾਰਨ ਜਿਹੜਾ ਬੰਦਾ ਚੌਧਰੀ ਪਿੰਡ ਦੇ ਵਿੱਚ ਆ, ਜੇ ਕਿਤੇ ਮੁੱਖ ਮੰਤਰੀ ਉਹਦੇ ਘਰ ਦੇ ਵਿੱਚ ਆ ਜੇ ਤਾਂ ਉਹਦਾ ਅੱਧਾ ਪੌਣਾ ਕਿੱਲਾ ਵੈਸੇ ਹੀ ਗਹਿਣੇ ਪੈ ਜਾਂਦਾ। ਇਹ ਸਾਡੇ ਲੀਡਰਾਂ ਦਾ ਵਰਤਾਰਾ ਰਿਹਾ ਪਿਛਲੇ ਸਮੇਂ ਦੇ ਵਿੱਚ। ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਯੂਜ਼ ਮਿਸਯੂਜ਼ ਹੁੰਦਾ ਵਾ। ਇਹਦਾ ਇੱਕ ਗੱਲ ਤੇ ਇਹ ਹੈਗੀ ਆ ਵੀ ਸਾਡੀ ਕੁਝ ਗੱਲਾਂ ਦੇ ਵਿੱਚ ਸਾਨੂੰ ਗਲਤਫਹਿਮੀ ਬਹੁਤ ਹੈ। ਵਿਦਿਆ ਪੱਖੋਂ ਅਸੀਂ ਬਹੁਤ ਕਮਜ਼ੋਰ ਵਾਂ। 2011 ਦਾ ਜਿਹੜਾ ਵਿਦਿਆ ਦੇ ਵਿੱਚ ਸਾਡਾ ਰੈਂਕ ਸੀਗਾ, ਜੇ ਆਪਾਂ ਯੂਟੀ ਤੇ ਸਟੇਟ ਮਿਲਾ ਲਈਏ, ਉਹ 22ਵਾਂ ਰੈਂਕ ਸੀਗਾ। 76% ਸਾਰੀ ਜਿਹੜੀ ਹੈਗੀ ਆ ਲਿਟਰੇਸੀ ਸਾਡੇ ਸੀਗੀ, ਐਵਰੇਜ 75% ਹੈਗਾ। ਠੀਕ ਆ, ਅਸੀਂ ਬਹੁਤ ਸੋਹਣਾ ਖਾਣ ਪੀਣ ਸਾਡਾ ਹੋ ਗਿਆ, ਪਰ ਸਾਡੇ ਕੋਲ ਉਸ ਕਿਸਮ ਦਾ ਵਿਚਾਰ ਜਿਹੜਾ ਉਹ ਨਹੀਂ ਆਇਆ ਉਹਦੇ ਵਿੱਚੋਂ। ਅਸੀਂ ਸ਼ਾਰਟ ਮੈਥਡ ਅਡਾਪਟ ਕਰਦੇ ਹਾਂ, ਲਿਖਾ ਪੜ੍ਹੀ 'ਚ ਵਿਸ਼ਵਾਸ ਨਹੀਂ ਕਰਦੇ। ਕਿਸੇ ਵੀ ਕੋਈ ਐਪਲੀਕੇਸ਼ਨ ਨੂੰ ਬਹੁਤ ਘੱਟ ਲੈਵਲ ਹੁੰਦਾ, ਐਪਲੀਕੇਸ਼ਨ ਦਿੰਦੇ ਆ, ਜੇ ਦਿੰਦੇ ਆ ਤੇ ਬਾਊ ਜਿਹੜਾ ਉਹਨੂੰ ਰਿਕਾਰਡ ਨਹੀਂ ਕਰਦਾ, ਉਹ ਤੋੜ ਦਿੰਦਾ, ਮੂੰਹ ਜ਼ਬਾਨੀ ਗੱਲ ਕਰਦੇ ਆ। ਸਾਡੇ 'ਚ ਕੌਨਫੀਡੈਂਸ ਨਹੀਂ ਹੈਗਾ ਕਿ ਅਸੀਂ ਆਪ ਜਾ ਕੇ ਥਾਣੇ ਆਪਣੀ ਰਿਪੋਰਟ ਲਿਖਾਈਏ, ਆਪ ਜਾ ਕੇ ਪਟਵਾਰੀ ਨੂੰ ਕਹੀਏ ਵੀ ਮੈਨੂੰ ਇਹ ਨੰਬਰ ਦੇ ਦੇ, ਆਪ ਜਾ ਕੇ ਬਿਜਲੀ ਬੋਰਡ ਦੇ ਜੇਈ ਨੂੰ ਕਹੀਏ ਵੀ ਯਾਰ ਮੇਰੀ ਜਿਹੜੀ ਹੈਗੀ ਆ ਘਰ ਦੀ ਬੱਤੀ। ਅਸੀਂ ਇੱਥੋਂ ਤੱਕ ਹੋ ਗਿਆ ਕਿ ਛੋਟੇ ਛੋਟੇ ਕੰਮਾਂ ਵਾਸਤੇ ਅਸੀਂ ਸਰਪੰਚਾਂ ਨੂੰ, ਕਾਉਂਸਲਰਾਂ ਨੂੰ, ਜਾਂ ਜਿਹੜਾ ਦੂਸਰਾ ਹੈਗਾ MLA ਨੂੰ ਕਹਿਣ ਦੀ ਕੋਸ਼ਿਸ਼ ਕੀਤੀ। ਜਿਹੜਾ ਕੰਮ ਰੂਟੀਨ ਹਾਲਤ 'ਚ ਹੁੰਦਾ ਸੀਗਾ ਉਹ ਅਸੀਂ ਦਲਾਲਾਂ ਥਰੂ ਜਾਣਾ ਸ਼ੁਰੂ ਕਰ ਦਿੱਤਾ। ਇਹਨੂੰ ਪੈਟਰੋਨੇਜ ਕੀਤਾ ਗਿਆ। ਹਾਲਾਤ ਇਹ ਹੋਇਆ ਕਿ ਸਾਨੂੰ ਲੱਗਦਾ ਵੀ ਕੰਮ ਹੋਣਾ ਚਾਹੀਦਾ ਵਾ, ਔਰ ਕੰਮ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਅਸੀਂ ਇਹ ਸਾਰਾ ਵਰਤਾਰਾ ਖੜਾ ਹੋ ਗਿਆ, ਔਰ ਅਲਟੀਮੇਟਲੀ ਇਹ ਨੱਕ ਦੀ ਹੱਡੀ ਬਣ ਗਿਆ, ਸੰਘ ਦੀ ਹੱਡੀ ਬਣ ਗਿਆ। ਔਰ ਜਿਸ ਤਰੀਕੇ ਦੇ ਨਾਲ ਲੋਕਾਂ ਨੇ, ਵੇਖੋ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ, ਲੋਕਾਂ ਨੇ ਜੇ ਸਰਕਾਰਾਂ ਦੇ, ਪਿਛਲੀਆਂ ਸਰਕਾਰਾਂ ਦੇ ਜਾਂ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਨੂੰ ਗੁੱਠੇ ਲਾਇਆ ਵਾ, ਉਹ ਬਹੁਤ ਕਲੀਅਰ ਕੱਟ ਕੰਨ ਤੇ ਲਿਖਿਆ ਹੋਇਆ। ਜੇ ਭਗਵੰਤ ਮਾਨ ਸਿੰਘ ਹੁਣ ਇਹ ਵੇਖਣ ਕਿ ਲੋਕਾਂ ਦੇ ਮੁੱਦੇ ਕਿਹੜੇ ਸੀਗੇ, ਜਿਹੜੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਮੁੱਦਿਆਂ ਦੇ ਵੋਟ ਪਾਈ ਆ, ਸਭ ਤੋਂ ਵੱਡੇ ਮੁੱਦਿਆਂ 'ਚ ਭ੍ਰਿਸ਼ਟਾਚਾਰ ਦਾ ਮੁੱਦਾ ਸੀਗਾ, ਬੇਰੁਜ਼ਗਾਰੀ ਦਾ ਮੁੱਦਾ ਵੀ ਹੈਗਾ, ਕਿਉਂਕਿ ਦੋਨੋਂ ਚੀਜ਼ਾਂ ਜੁੜਦੀਆਂ ਹੈਗੀਆਂ ਕਿ ਸਾਡੇ ਤੰਤਰ ਦੇ ਵਿੱਚ ਹੋਇਆ ਇੱਦਾਂ ਕਿ ਕਿਉਂਕਿ ਜਿਹੜੀ ਭ੍ਰਿਸ਼ਟਾਚਾਰ ਹੈਗੀ ਆ, ਇਹ ਸਾਰੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ 1 ਲੱਖ ਰੁਪਇਆ ਤਨਖਾਹ ਲੈਣ ਡਿਆ ਵਾ, 10,000 ਰੁਪਇਆ ਤਨਖਾਹ ਲੈਣ ਡਿਆ ਵਾ, ਤੇ ਇਹ ਜਿਹੜਾ ਇਹਦਾ ਕਾਰਨ ਕੀ ਹੈਗਾ, ਤੁਹਾਡੀ ਜਿਸ ਕਿਸਮ ਦੀ ਗਰੋਥ ਹੋਣੀ ਚਾਹੀਦੀ ਸੀ ਨਹੀਂ ਹੋਈ, ਜਿਸ ਕਿਸਮ ਦੀ ਐਗਰੀਕਲਚਰ ਡਿਵਰਸੀਫਿਕੇਸ਼ਨ ਹੋਣੀ ਸੀ ਉਹ ਨਹੀਂ ਹੋਈ। ਨਾ ਤਾਂ ਅਸੀਂ ਇਨੀਸ਼ੀਏਟਿਵ ਲਿਆ ਕਿਸਾਨੀ ਦੇ ਤੌਰ ਤੇ, ਅਸੀਂ ਕਹਿੰਦੇ ਸਰਕਾਰ ਕਰੂਗੀ, ਸਰਕਾਰ ਜਿੱਦਾਂ ਦੀ ਚੁਣ ਕੇ ਘਲਾਉਂਦੇ, ਉਹ ਕਹਿੰਦੇ ਖਸਮਾਂ ਨੂੰ ਖਾਓ, ਉਹਨਾਂ ਦਾ ਤੇ ਆਪਣਾ ਜਿਹੜਾ ਢਿੱਡ ਨਹੀਂ ਪੂਰਾ ਹੋਣ ਡਿਆ। ਅਸੀਂ ਵਿੱਚ ਵਿਚਾਲੇ ਫਸ ਗਏ, ਕੋਈ ਵੀ ਸਾਨੂੰ ਰਾਹ ਨਹੀਂ ਲੱਭਾ। ਰਾਹ ਨਾ ਲੱਭਣ ਕਰਕੇ ਜਦੋਂ ਸਾਡੀ ਆਮਦਨ ਘਟ ਗਈ, ਸਰਪਲਸ ਸਟੇਟ ਤੋਂ ਅਸੀਂ ਕਰਜ਼ੇ ਵਾਲੇ ਪਾਸੇ ਆ ਗਏ, ਤੇ ਨਾਲ ਸਰਕਾਰ ਦੀਆਂ ਪਾਲਿਸੀਜ਼ ਉੱਦਾਂ ਦੀਆਂ ਆ ਗਈਆਂ, ਤੇ ਇਹ ਦਿੱਤਾ ਕਿ ਜਿਹੜਾ ਸਰਕਾਰੀ ਮੁਲਾਜ਼ਮ ਲੱਗਾ ਉਹਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ। ਅਸੀਂ ਇਹ ਵੀ ਦੇਖਿਆ ਸੀਗਾ ਵੀ ਇੱਕ MLA ਦੇ ਨਾਲ ਜਿਹੜਾ ਹੈਗਾ ਸੀ, ਇੱਕ ਦਫ਼ਤਰ ਦਾ ਜਿਹੜਾ ਕਲਰਕ ਹੈਗਾ, ਤੁਹਾਡੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਕਲਰਕ ਜਿਹੜਾ ਹੈਗਾ ਸੀ, ਉਹ ਵਾਈਸ ਚਾਂਸਲਰ ਦੇ ਨਾਲ, ਮਤਲਬ ਮੈਂ ਇੱਕ ਕਹਿਣੀ ਗੱਲ ਬੜੀ ਲੱਗਦੀ ਹੈ, ਮੈਨੂੰ ਲੱਗਦਾ ਹੈ ਕਿ ਮੈਂ ਕੌਣ, ਇਹ ਕੌਣ ਹੁੰਦਾ ਮੈਨੂੰ ਕਹਿਣ ਵਾਲਾ। MLA ਉੱਠ ਕੇ ਯੂਨੀਵਰਸਿਟੀਆਂ ਦੇ ਵਿੱਚ ਇੱਕ ਕਲਰਕ ਨੂੰ ਦੂਸਰੀ ਕਲਰਕ ਤੋਂ ਜਿਹੜਾ ਸੀਟ ਲਵਾਉਂਦੇ ਸੀਗੇ। ਮੈਂਬਰ ਪਾਰਲੀਮੈਂਟ ਥਾਣਿਆਂ 'ਚ ਮੁਨਸ਼ੀ ਲਵਾਉਣ ਡਏ ਆ, ਮਤਲਬ ਇਹ ਮੁਨਸ਼ੀ ਨੂੰ ਇਹ ਥਾਣੇ ਲਾ ਦੇ, ਇਹ ਮੁਨਸ਼ੀ ਨੂੰ ਇਹ ਥਾਣੇ ਲਾ ਦੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਤੰਤਰ ਵਿਗੜਿਆ, ਔਰ ਜਿਹੜੀ ਸਾਡੀ ਇਨਕਮ ਹੋਣੀ ਚਾਹੀਦੀ ਸੀ ਉਹਦੇ ਸਾਧਨ ਤਾਂ ਤੁਹਾਡੇ ਸਾਹਮਣੇ ਹੈਗੇ ਆ ਵੀ ਕਿਹੜੇ ਪਾਸੇ ਜਾਂਦੇ ਰਹੇ ਸੀ। ਜਿਹੜੇ ਸੋਰਸ ਸੀ ਸਾਡੇ ਨੈਚੁਰਲ ਸੋਰਸ ਸੀਗੇ, ਮੰਡੀ ਬੋਰਡ ਦਾ ਅਸੀਂ ਵੈਸੇ ਭੱਠਾ ਪੁੱਟਤਾ, ਉਹ ਸੰਗਤ ਦਰਸ਼ਨ ਦੇ ਵਿੱਚ ਉਹਨੂੰ ਉਹ ਮੌਰਟਗੇਜ ਕਰ ਦਿੱਤਾ। ਆ ਜਿਹੜੀਆਂ ਤੁਹਾਡੀਆਂ ਫਸਲਾਂ ਸੀ, ਕਿਸ ਤਰੀਕੇ ਨਾਲ 20-20 ਕਰੋੜ ਦੀਆਂ ਕਣਕਾਂ ਜਿਹੜੀਆਂ ਵੈਸੇ ਡਿਸਪੀਅਰ ਹੋ ਜਾਂਦੀਆਂ ਰਾਤੋਂ ਰਾਤ, ਉਹਦੇ ਵਿੱਚੋਂ ਉੱਡ ਜਾਂਦੀਆਂ ਗਦਾਮਾਂ ਦੇ ਵਿੱਚੋਂ। ਰੇਤ ਬਜਰੀ ਜਿਹੜੀ ਸੀ ਉਹ ਕਿਹੜੇ ਪਾਸੇ ਨੂੰ ਤੁਰੀ ਜਾਣ ਡਈ ਆ, ਸ਼ਰਾਬ ਦੇ ਠੇਕੇ ਕਿਹੜੇ ਪਾਸੇ ਨੂੰ ਤੁਰੇ ਜਾਣ ਡਏ ਆ। ਲੋਕਾਂ ਦਾ ਇਹ ਸੁਭਾਅ ਬਣ ਗਿਆ ਕਿ ਇਹ ਤੋਂ ਬਿਨਾਂ ਕੰਮ ਨਹੀਂ ਹੁੰਦਾ, ਤੇ ਜਦੋਂ ਸਰਕਾਰ ਕੋਲ ਪੈਸੇ ਨਹੀਂ ਆਉਂਦੇ ਤੇ ਫਿਰ ਸਰਕਾਰ ਵੀ ਕਹਿੰਦੀ ਵੀ ਅਸੀਂ ਕਿੱਥੋਂ ਲਾਈ, ਕਿਉਂ ਪੱਕੇ ਬੰਦੇ ਲਾਈਏ। ਤੇ ਜਦੋਂ ਸਰਕਾਰੀ ਬੰਦੇ ਪੈਟਰੋਨੇਜ ਹੋ ਜਾਂਦੇ ਆ, ਸਰਕਾਰੀ ਬੰਦੇ ਜਿਹੜੇ ਜਦੋਂ ਉਤਲਾ ਉੱਤੇ ਬੈਠਾ, ਉਹਨਾਂ ਦਾ ਅਫਸਰ ਬੈਠਾ ਹੈ ਜਾਂ ਉੱਪਰ ਵਾਲਾ ਬੈਠਾ ਜਾਂ ਥੱਲੇ ਵਾਲਾ ਵੀ, ਅਸੀਂ ਇਹ ਵੀ ਦੇਖਿਆ ਵਾ ਕਿ ਕਈ ਵਾਰੀ ਥੱਲੇ ਦੇ ਦਫ਼ਤਰ ਦੇ ਵਿੱਚ ਜਿਹੜਾ ਸੇਵਾਦਾਰ ਹੈ ਜਾਂ ਕੱਚਾ ਬੰਦਾ ਵੀ ਲੱਗਾ ਹੈ ਜਾਂ ਕੰਟਰੈਕਟ ਤੇ ਲੱਗਾ ਹੈ, ਉਹ ਅਫਸਰ ਨੂੰ ਦਬਕੇ ਮਾਰਦਾ ਵਾ ਕਿਉਂਕਿ ਉਹਨੂੰ ਕਿਸੇ ਹੋਰ ਤਾਕਤਵਰ ਬੰਦੇ ਨੇ ਲਾਇਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਅਸੀਂ ਸਾਰਾ ਢਾਂਚਾ ਵਿਗਾੜ ਲਿਆ, ਸਾਰਾ ਢਾਂਚਾ ਅਸੀਂ ਖਿਲਾਰ ਲਿਆ, ਜਿਹਦਾ ਵਰਤਾਰੇ ਦੇ ਵਿੱਚੋਂ ਜਿਹੜੀ ਇਹ ਪੋਜੀਸ਼ਨ ਨਿਕਲੀ ਕਿ ਜਿਹੜਾ ਤਾਂ ਬੰਦਾ ਉੱਥੇ ਬੈਠਾ ਉਹ ਕਹਿੰਦਾ ਮੈਨੂੰ ਪ੍ਰਵਾਹ ਕੋਈ ਨਹੀਂ, ਮੈਨੂੰ ਕੀ, ਤੈਨੂੰ ਕੀ ਤੇ ਸਾਨੂੰ ਕੀ। ਇਹ ਰਵੱਈਆ ਬਣ ਗਿਆ ਆਮ ਤੌਰ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ, ਜਦੋਂ ਪਤਾ ਸਾਨੂੰ ਪੁੱਛਣ ਵਾਲਾ ਕੋਈ ਨਹੀਂਗਾ, ਟਾਈਮ ਤੇ ਪਹੁੰਚਣ ਦੀ ਗੱਲ ਹੀ ਕੋਈ ਨਹੀਂ ਗੀ। ਡਿਸਿਪਲਿਨ ਤੇ ਅਸੀਂ ਕਿਉਂਕਿ ਐਗਰੇਰੀਅਨ ਸਟੇਟ ਹੈਗੀ ਆ, ਮੈਨੂੰ ਨਹੀਂ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ, ਠੀਕ ਆ ਕੁਝ ਲੋਕ ਜ਼ਿੰਮੇਦਾਰ ਹੋ ਸਕਦੇ ਆ, ਇਹ ਨਹੀਂ ਵੀ ਬਿਲਕੁਲ ਨਹੀਂ ਹੈਗੇ, ਪਰ ਵੱਡੀ ਗਿਣਤੀ 'ਚ ਨਹੀਂ ਹੁੰਦੇ ਅਤੇ ਪ੍ਰਵਾਹ ਨਹੀਂ ਕਰਦੇ। ਸਾਡਾ ਵਰਤਾਰਾ ਇਹ ਆ ਕਿ ਜਿੰਨਾ ਕੁ ਮੈਂ ਆਪਣਾ ਕੰਮ ਨਹੀਂ ਕਰਦਾ ਜਾਂ ਪ੍ਰਵਾਹ ਨਹੀਂ ਕਰਦਾ, ਮੈਨੂੰ ਲੱਗਦਾ ਮੈਂ ਓਨਾ ਹੀ ਤਾਕਤਵਰ ਹਾਂ ਜਾਂ ਮੈਨੂੰ ਉਸ ਤਰੀਕੇ ਨਾਲ ਪੈਟਰੋਨੇਜ ਕੀਤਾ ਜਾਂਦਾ। ਤਾਂ ਅਲਟੀਮੇਟਲੀ ਹੋਇਆ ਸਰਕਾਰ ਨੇ ਕੰਮ ਚਲਾਉਣੇ ਆ, ਅਲਟੀਮੇਟਲੀ ਇਹ
ਸੌਫਟ ਤਰੀਕਾ ਬਣ ਗਿਆ, ਜਿਹੜਾ ਐਕਸਪਲੋਇਟੇਸ਼ਨ ਦਾ ਸਭ ਤੋਂ ਵੱਡਾ ਕਾਰਨ ਆ। ਇਸੇ ਕਰਕੇ ਨੌਕਰੀਆਂ ਵੀ ਜਿਹੜੀਆਂ ਘਟ ਗਈਆਂ, ਇਸੇ ਕਰਕੇ ਤੁਹਾਡਾ ਜਿਹੜਾ ਕੰਟਰੈਕਟ ਵਾਲਾ ਸਿਸਟਮ ਆ ਗਿਆ, ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦੀ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਸਾਡੀ ਗਰੋਥ ਸੀਗੀ, ਜਾਂ ਜਿਹਨੂੰ ਆਪਾਂ ਕਹਿੰਦੇ ਮਾਡਲ ਸੀ ਡਿਵੈਲਪਮੈਂਟ ਦਾ, ਜਾਂ ਉਹ ਖੇਤੀਬਾੜੀ ਦੇ ਵਿੱਚ ਸੀਗਾ, ਚਾਹੇ ਉਹ ਸਰਵਿਸ ਸੈਕਟਰ ਦੇ ਵਿੱਚ ਸੀਗਾ, ਚਾਹੇ ਉਹ ਇੰਡਸਟਰੀ ਦੇ ਵਿੱਚ ਸੀਗਾ, ਜਾਂ ਵਿਦਿਆ ਦੇ ਵਿੱਚ ਸੀ, ਉਹਨੇ ਇਸ ਕਿਸਮ ਦਾ ਖਲਾਰਾ ਖੜਾ ਕੀਤਾ ਕਿ ਉਹ ਸਿਚੁਏਸ਼ਨ ਲੈਣ ਦੀ, ਜਿਹੜੀ ਸਿਚੁਏਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਸਾਨੂੰ ਹੁਣੇ ਪਤਾ ਨਹੀਂ ਲੱਗਦਾ। ਇਹਦੇ ਨਾਲ ਬਿਟਰਨੈਸ ਪੈਦਾ ਹੁੰਦੀ ਆ। ਇਹ ਜਿਹੜੇ ਦਫ਼ਤਰਾਂ 'ਚ ਲੋਕੀ ਕੰਮ ਕਰਦੇ ਆ, 4-4 5-5 ਕਿਸਮ ਦੇ ਉੱਥੇ ਮੁਲਾਜ਼ਮ ਆ ਗਏ। ਇੱਕ ਤੇ ਪੱਕਾ ਮੁਲਾਜ਼ਮ ਆ ਗਿਆ ਜਿਹਨੂੰ ਤੁਸੀਂ ਲੱਖ ਸਵਾ ਲੱਖ ਦੀ ਗੱਲ ਕਰਦੇ ਹੋ, ਇੱਕ ਉਹ ਤੋਂ ਥੱਲੇ ਪਾਸੇ ਆ ਗਿਆ, ਇੱਕ ਕੰਟਰੈਕਟ ਵਾਲਾ ਆ ਗਿਆ, ਇੱਕ ਦਿਹਾੜੀ ਵਾਲਾ ਆ ਗਿਆ, ਇੱਕ ਘੰਟਿਆਂ ਵਾਲਾ ਆ ਗਿਆ। ਉਹ ਜਿਹੜਾ ਘੰਟਿਆਂ ਵਾਲਾ ਜਾਂ ਦਿਹਾੜੀ ਵਾਲਾ ਜਾਂ ਦੂਸਰਾ ਬੰਦਾ ਕੰਮ ਕਰਦਾ ਵਾ, ਉਹਨੂੰ ਕਹਿ ਕਰ ਤਾਂ ਕੁਝ ਨਹੀਂ ਸਕਦਾ, ਪਰ ਉਹਨੂੰ ਲੱਗਦਾ ਇਹ ਆ ਕਿ ਆਹ ਬੰਦਾ ਵਿਹਲਾ ਬੈਠਾ, ਇਹਦਾ ਕੰਮ ਮੈਂ ਕਰਨ ਡਿਆ। ਇੱਕ ਨਵੀਂ ਕਿਸਮ ਦੀ ਉਹਨੂੰ ਕਹਿ ਦਈਏ ਆਪਣੀ ਤਲਖੀ ਪੈਦਾ ਹੁੰਦੀ ਆ, ਜਾਂ ਈਰਖਾ ਪੈਦਾ ਹੁੰਦੀ ਆ। ਕਰ ਤੇ ਕੁਝ ਨਹੀਂ ਸਕਦਾ, ਪਰ ਅਲਟੀਮੇਟਲੀ ਉਹ ਜਿਹੜਾ ਬੰਦੇ ਪ੍ਰਤੀ ਜਿਹੜਾ ਉਹਨਾਂ ਦੀ ਰਿਸਪੈਕਟ ਘਟਦੀ ਆ, ਤਾਂ ਅਲਟੀਮੇਟਲੀ ਇਹ ਸਮਾਜਿਕ ਵਰਤਾਰਾ ਬਣਦਾ। ਉਹ ਸਮਾਜਿਕ ਵਰਤਾਰੇ ਦੇ ਵਿੱਚੋਂ ਫਿਰ ਜਿਹੜੀ ਆ ਅਨਈਜ਼ੀਨੈਸ ਆ, ਜਿਹਨੂੰ ਆਪਾਂ ਟੈਨਸ਼ਨ ਕਹਿ ਦਈਏ, ਜਾਂ ਕੌਨਫਲਿਕਟ ਕਹਿ ਦਈਏ, ਜਾਂ ਘਰਾਂ ਦੀਆਂ ਲੜਾਈਆਂ ਕਹਿ ਦਈਏ, ਜਾਂ ਕੁੱਟਮਾਰ ਵਾਲਾ ਪਾਸਾ ਕਹਿ ਦਈਏ, ਅਸੀਂ ਉਸ ਪਾਸੇ ਵੱਲ ਤੁਰਦੇ ਹਾਂ, ਕਿਉਂਕਿ ਸੁਣਨ ਵਾਲਾ ਕੋਈ ਨਹੀਂ ਹੈ। ਜਿਸ ਕਿਸਮ ਦੀਆਂ ਸਰਕਾਰਾਂ ਸਾਡੇ ਕੋਲ, ਇਹ ਵੀ ਥੋੜਾ ਬਹੁਤਾ, ਜੇ ਕੋਈ ਬਹੁਤਾ ਮੈਂ ਇਹਦੇ ਬਾਰੇ ਕਹੂੰਗਾ ਨਹੀਂ, 3 ਮਹੀਨੇ ਹੋਏ ਆ, ਕੋਈ ਪਰਵਾਹ ਹੀ ਨਹੀਂ ਕਰਦਾ, ਜੋ ਮਰਜ਼ੀ ਕਰਦੇ ਰਹੋ। ਸ਼ਰੇਆਮ ਕਹਿੰਦੇ ਰਹੇ ਆ ਵੀ ਜੋ ਮਰਜ਼ੀ ਕਰ ਲਾ, ਮੇਰਾ ਕੌਣ ਵਿਗਾੜ ਲੂਗਾ। ਇਹ ਵਰਤਾਰੇ ਦੇ ਵਿੱਚ ਤੁਸੀਂ ਕਿਸ ਪਾਸੇ ਵੱਲ ਜਾਓਗੇ, ਤਾਂ ਅਲਟੀਮੇਟਲੀ ਮੈਨੂੰ ਲੱਗਦਾ ਵੀ ਸਾਰੀ ਚੀਜ਼ ਜਿਹੜੀ ਆ ਇਸ ਸਿਚੁਏਸ਼ਨ ਦੇ ਵਿੱਚੋਂ ਨਿਕਲ ਰਹੀ ਆ। ਸਰ ਮੇਰਾ ਆਖਰੀ ਸਵਾਲ ਹੈ, ਸ਼ਾਇਦ ਇਸ ਸਵਾਲ ਦੇ ਵਿੱਚ 2-4 ਸਵਾਲ ਨਾਲੋਂ ਨਾਲ ਜੁੜ ਜਾਂਦੇ ਨੇ। ਮੈਂ ਚਾਹਾਂਗਾ ਕਿ ਇਹਨਾਂ ਦਾ ਜਵਾਬ ਦਿਓ ਤੁਸੀਂ, ਕਿ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਸਰਕਾਰੀ ਸਿਸਟਮ ਤੇ ਠੇਕੇਦਾਰੀ ਸਿਸਟਮ, ਕੀ ਇਹਨਾਂ ਦੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕਟੌਤੀ ਨਹੀਂ ਹੋਣੀ ਚਾਹੀਦੀ ਕਿ 30-35 ਹਜ਼ਾਰ ਜਾਂ ਦਰਮਿਆਨੀ ਜੀ ਰੱਖੀ ਜਾਵੇ, ਤਾਂ ਕਿ ਉਹ ਕੰਮ ਵੀ ਉਸ ਢੰਗ ਦੇ ਨਾਲ ਕਰਨ। ਦੂਜੀ ਗੱਲ, ਕੀ ਇਸ ਨੂੰ ਠੇਕੇਦਾਰੀ ਸਿਸਟਮ 'ਚ ਨਹੀਂ ਕਰ ਦੇਣਾ ਚਾਹੀਦਾ? ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਅਗਨੀਵੀਰ ਲੈ ਕੇ ਆਉਣੇ ਨੇ, ਫੌਜ ਵਿੱਚ ਭਰਤੀ ਰੱਖਣੀ ਹੈ, ਉਹਦੇ ਮੁਤਾਬਕ 75-25 ਵਾਲਾ ਕੰਮ ਕਰਨਾ, 25% ਰੱਖ ਲੈਣੇ ਨੇ। ਬਾਅਦ ਵਿੱਚ ਕਹਿੰਦੇ, ਇਹ ਸਵਾਲ ਨੇ ਲੋਕਾਂ ਦੇ ਜਿਹੜੇ ਮੈਂ ਤੁਹਾਡੇ ਅੱਗੇ ਰੱਖ ਰਿਹਾ, ਬਾਅਦ ਵਿੱਚ ਕਹਿੰਦੇ ਕਿ ਫਿਰ ਇਸ ਢੰਗ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜੇ ਸਰਕਾਰੀ ਚੰਗੀ ਸੇਵਾਵਾਂ ਦਿੰਦੇ ਨੇ, ਲੋਕਾਂ ਨੂੰ ਇਮਾਨਦਾਰ ਨੇ, ਉਹਨਾਂ 25% ਨੂੰ ਰੱਖ ਲਿਆ ਜਾਵੇ। ਜਾਂ ਫਿਰ ਇਹ ਜਿਹੜਾ ਸਿਸਟਮ ਜਿਵੇਂ ਦਾ ਚੱਲ ਰਿਹਾ, ਤਾਣੀ ਉਲਝੀ ਹੋਈ ਹੈ, ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ, ਗੱਲ ਬਣਦੀ ਨਹੀਂ। ਅਫਸਰਸ਼ਾਹੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੀ ਵਾਰੇ ਨਹੀਂ ਆਉਣ ਦਿੰਦੀ, ਇਹਨਾਂ ਨੂੰ ਹਵਾ ਨਹੀਂ ਆਉਣ ਦਿੰਦੀ ਆਪਣੀ। ਜਿਸ ਢੰਗ ਨਾਲ ਉਹ ਕੰਮ ਕਰਦੇ ਨੇ, ਹੱਥ ਪੱਲਾ ਨਹੀਂ ਪੈਣ ਦਿੰਦੇ ਕਿਸੇ ਵੀ ਢੰਗ ਦਾ, ਵਾਰ-ਵਾਰ ਯੂ ਟਰਨ ਲੈਣੇ ਪੈਂਦੇ ਨੇ। ਮਤਲਬ ਇਸੇ ਤਰ੍ਹਾਂ ਹੀ ਫਿਰ ਇਹਨੂੰ ਚੱਲਦੇ ਰਹਿਣਾ ਚਾਹੀਦਾ? ਨਹੀਂ, ਚੱਲਦੇ ਰਹਿਣਾ ਚਾਹੀਦਾ। ਇਹ ਬਹੁਤ, ਇਹ ਜਿਸ ਤਰ੍ਹਾਂ ਵਰਤਾਰਾ ਚੱਲਦਾ ਰਿਹਾ ਤੇ ਸਮਾਜ ਲਈ ਬਹੁਤ ਖਤਰਨਾਕ ਹੈ। ਸਮਾਜ ਦੇ ਵਿੱਚ ਅਸ਼ਾਂਤੀ ਆਊਗੀ, ਡਿਸਪੈਰਿਟੀ ਨਹੀਂ ਹੋਣੀ ਚਾਹੀਦੀ। ਇਹ ਬੜਾ ਅਨਫੋਰਚੂਨੇਟ ਹੈ ਕਿ ਹੌਲੀ ਹੌਲੀ ਜਿਹੜੇ ਸਾਡੇ ਬੇਸਿਕ ਪ੍ਰਿੰਸੀਪਲ ਸੀ ਸੰਵਿਧਾਨ ਦੇ ਵਿੱਚ, ਸੋਸ਼ਲਿਸਟਿਕ ਪੈਟਰਨ ਆਫ ਸੋਸਾਇਟੀ ਦੀ ਗੱਲ ਕੀਤੀ ਸੀਗੀ ਕਿ ਜਿਹੜੀ ਇਕੁਐਲਿਟੀ ਵਧਾਈ ਜਾਊਗੀ, ਇਨਕੁਐਲਿਟੀ ਖਤਮ ਕੀਤੀ ਜਾਊਗੀ। ਔਰ ਅੱਜ ਤੋਂ ਕੋਈ 30 ਸਾਲ ਪਹਿਲੋਂ, 25 ਸਾਲ ਪਹਿਲੋਂ ਇਹ ਗੱਲ, ਜਿਹੜੀ 20 ਸਾਲ ਪਹਿਲੋਂ ਇਹ ਗੱਲ ਬਹੁਤ ਕਲੀਅਰ ਹੁੰਦੀ ਸੀ ਕਿ ਇਹ ਜਿਹੜੀ ਤੁਸੀਂ ਸੈਲਰੀ ਦੀ ਗੱਲ ਕੀਤੀ, ਉਹਦੇ ਵਿੱਚ ਬਹੁਤ ਜ਼ਿਆਦਾ ਡਿਸਪੈਰਿਟੀ ਨਹੀਂ ਸੀ। ਹਾਂ, ਜੇ ਕੋਈ ਸੈਲਰੀ ਜੇ ਜ਼ਿਆਦਾ ਹੁੰਦੀ ਸੀ, ਉਹ ਟੈਕਸ ਵੀ ਉਸ ਸਲੈਬ ਦੇ ਨਾਲ ਜ਼ਿਆਦਾ ਦਿੰਦਾ ਹੁੰਦਾ ਸੀਗਾ। ਪਰ ਜਦੋਂ ਤੋਂ ਖਾਸ ਕਰਕੇ ਨਵੀਂ ਪਾਲਿਸੀ ਆਈ ਆ ਗਲੋਬਲ ਸਿਸਟਮ ਦੇ ਵਿੱਚ, ਉਹਨੂੰ ਜਦੋਂ ਸੋਵੀਅਤ ਦੇ ਟੁੱਟਣ ਦੇ ਬਾਅਦ ਜਿਹੜੀ ਸ਼ੁਰੂ ਹੁੰਦੀ ਆ, ਇੰਡੀਆ ਦੇ ਵਿੱਚ ਲਿਬਰਲਾਈਜੇਸ਼ਨ ਆ ਗਈ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਦੀ ਗੱਲ ਕਰਦੇ ਆ। ਨਵੀਂ ਥਿਊਰੀ ਆ ਗਈ ਸਰਵਾਈਵਲ ਆਫ ਦਾ ਫਿਟੈਸਟ। ਸਟੇਟ ਨੇ ਹੌਲੀ ਹੌਲੀ ਆਪਣੀ ਰਿਸਪੌਂਸਿਬਿਲਿਟੀ ਵਿਡਰਾ ਕਰ ਲਈ। ਅਸੀਂ ਫੋਲੋ ਤਾਂ ਕੀਤਾ ਵੈਸਟ ਨੂੰ, ਪਰ ਵੈਸਟ ਦਾ ਸਮਾਜਿਕ ਤੇ ਆਰਥਿਕ ਤੇ ਰਾਜਨੀਤਿਕ ਤਾਣਾ ਬਿਲਕੁਲ ਡਿਫਰੈਂਟ ਹੈ। ਉਹਦੇ ਵਿੱਚ ਤੁਸੀਂ ਦੇਖੋ ਕੁਝ ਕੰਟਰੀਜ਼ ਹੈਗੇ ਆ, ਉੱਥੇ ਬਹੁਤਾ ਫਰਕ ਨਹੀਂ ਪੈਂਦਾ। ਜੇ ਕੋਈ ਪ੍ਰਾਈਵੇਟ ਨੌਕਰੀ ਕਰਦੇ ਹੋ ਜਾਂ ਸਰਕਾਰੀ ਨੌਕਰੀ ਕਰ, ਮਿਨੀਮਮ ਪੇ ਜਿਹੜੀ ਹੈਗੀ ਆ ਉਹ ਫਿਕਸ ਕੀਤੀ ਗਈ। ਉਸ ਮਿਨੀਮਮ ਪੇ ਦੇ ਨਾਲ ਤੁਸੀਂ ਰੀਜ਼ਨੇਬਲੀ ਡਿਗਨੀਫਾਈਡ ਲਾਈਫ ਤੁਹਾਡੀ ਹੈਗੀ ਆ, ਤੁਸੀਂ ਰਹਿ ਸਕਦੇ ਹੋ, ਸਟੇਟ ਸਿਕਿਉਰਿਟੀ ਤੁਹਾਡੇ ਕੋਲ ਹੈਗੀ ਆ। ਅਸੀਂ ਫੋਲੋ ਤਾਂ ਉਹ ਕਰ ਲਿਆ, ਪਰ ਸਟੇਟ ਨੇ ਆਪਣੇ ਆਪ ਨੂੰ ਵਿਡਰਾ ਕਰ ਲਿਆ। ਔਰ ਸਟੇਟ ਨੇ ਤੁਹਾਨੂੰ ਮੰਡੀ ਤੇ ਸੁੱਟ ਦਿੱਤਾ। ਮੰਡੀ ਸਾਡੀ ਆ ਕਰੋਨੀ ਕੈਪੀਟਲਿਜ਼ਮ ਤੇ ਆ, ਗਰੀਡ ਤੇ ਵੇਸਟ। ਤੁਸੀਂ ਇੱਕ ਹੀ ਅੰਦਾਜ਼ਾ ਲਾਓ, ਪਹਿਲੇ ਸਮੇਂ ਦੇ ਵਿੱਚ ਆਪਾਂ ਰੋਜ਼ ਸੁਣਦੇ ਹਾਂ ਕਿ ਇਸ ਦੇਸ਼ ਦੇ ਵਿੱਚ 2-3 ਘਰ ਹੈਗੇ ਆ ਵੱਡੇ, ਜਿਨ੍ਹਾਂ ਦੀ ਘੰਟੇ ਦੀ ਆਮਦਨ ਜਿਹੜੀ ਆ ਕਈ ਕਰੋੜ ਰੁਪਈਆ ਹੈਗਾ। ਔਰ ਜਿਸ ਤਰੀਕੇ ਨਾਲ ਸਰਕਾਰਾਂ ਨੂੰ ਪੈਟਰੋਨਾਈਜ਼ ਕਰਦੀਆਂ, ਔਰ ਜਿਸ ਤਰੀਕੇ ਨਾਲ ਸਾਰੀਆਂ ਸਰਕਾਰਾਂ ਨੇ ਇਹਨਾਂ ਨੂੰ ਵੈਲਕਮ ਕੀਤਾ, ਕਰ ਸਕਦੇ ਆ। ਇਹ ਨਹੀਂ ਹੋ ਸਕਦਾ। ਇਹ ਡਿਸਪੈਰਿਟੀ ਘਟਾਈ ਜਾ ਸਕਦੀ ਹੈ, ਬਰਾਬਰ ਰੱਖਿਆ ਜਾ ਸਕਦਾ ਹੈ।
ਪਰ ਤੁਹਾਡੀ ਵਿਲ ਹੋਣੀ ਚਾਹੀਦੀ ਹੈ। ਹੋ ਕੀ ਰਿਹਾ ਕਿ ਜਿਹੜੇ ਰੂਲਿੰਗ ਧਿਰਾਂ ਸੀਗੀਆਂ ਉਹ ਕੌਣ ਸੀਗੀਆਂ? ਉਹ ਤੇ ਆਪ ਜਿਹੜਾ ਡਿਸਪ੍ਰੋਪੋਰਸ਼ਨੇਟ ਕਹਿੰਦੇ ਸੀ ਵੀ ਜਿਹੜਾ ਹੈਗਾ ਵਾ ਵੈਲਥ ਇਕੱਠੀ ਕਰਨ ਦੇ ਹੱਕ ਸੀਗੇ। ਕਿੱਦਾਂ ਦੀਆਂ ਪਾਲਿਸੀਆਂ ਬਣਾਉਂਦੇ ਰਹੇ ਹੈ, ਕਿੱਦਾਂ ਦੇ ਫੈਸਲੇ ਲੈਂਦੇ ਰਹੇ। ਜਦੋਂ ਕਦੇ MLA ਬਣਦੇ ਸੀ ਜਾਂ ਮੰਤਰੀ ਬਣਦੇ ਸੀ ਜਾਂ ਉਸ ਸਮੇਂ ਇਲੈਕਸ਼ਨ ਲੜਦੇ ਆ, ਉਹਨਾਂ ਦੇ ਜਿਹੜੇ ਐਸਟ ਕੀ ਹੁੰਦੇ ਸੀਗੇ, 5 ਸਾਲਾਂ ਬਾਅਦ ਕਿਸ ਪਾਸੇ ਵਾਲੇ ਐਸਟ ਵੱਧਦੇ ਰਹੇ, ਕਿੰਨੇ ਗੁਣਾ ਵਧੀ ਜਾਂਦੇ ਰਹੇ ਉੱਥੇ ਜਾ ਕੇ। ਤਾਂ ਇਸ ਕਰਕੇ ਇਹ ਵੀ ਹੋ ਨਹੀਂ ਸਕਦਾ, ਇਹ ਸਭ ਕੁਝ ਹੋ ਸਕਦਾ ਔਰ ਇਹ ਤੋਂ ਹੋਏ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਜੇ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਉਹੀ ਗੱਲ ਹੈਗੀ ਆ ਕਿ ਫਿਰ ਤੁਸੀਂ ਕਿੰਨਾ ਕੁ ਚਿਰ ਕਿਸੇ ਨੂੰ ਕੰਧ ਵਾਲੇ ਪਾਸੇ ਵੱਲ ਧੱਕੋਗੇ। ਜੇ ਸਮਾਜ ਦੇ ਵਿੱਚ ਬੇਚੈਨੀ ਹੈ, ਅਫਰਾ ਦਫਰੀ ਹੈ, ਸੁਖਵਿੰਦਰ ਜੀ, ਡਰ ਜਿਹੜਾ ਹੁੰਦਾ ਨਾ, ਪੰਜਾਬੀ 'ਚ ਕਹਾਵਤ ਹੈ, ਨੰਗਾ ਪੁੱਤ ਚੋਰਾਂ 'ਚ ਖੇਡੇ, ਸਧਾਰਨ ਬੰਦੇ ਨੂੰ ਡਰ ਨਹੀਂ ਹੈ। ਫਿਰ ਇਸੇ ਕਰਕੇ ਤੁਸੀਂ ਦੇਖੋ ਨਾ, ਦੇਸ਼ ਦੇ ਵਿੱਚ ਵੀ ਪਹਿਲੇ 5 ਸਾਲਾਂ 'ਚ 8.5 ਲੱਖ ਲੋਕ, ਅਮੀਰ ਲੋਕ ਛੱਡ ਕੇ ਚਲੇ ਗਏ ਆ। ਇਸ ਸਾਲ ਵੀ ਸ਼ਾਇਦ 8,000 ਬੰਦਾ ਛੱਡ ਕੇ ਚਲੇ ਗਿਆ। ਖਾਂਦਾ ਪੀਂਦਾ ਛੱਡ ਕੇ ਜਾਣ ਡਿਆ। ਇਹ ਕਿਉਂ ਛੱਡ ਕੇ ਜਾਣ ਡਿਆ? ਜਦੋਂ ਆਪਾਂ ਉਹਦੇ ਕਾਰਨਾਂ ਦੀ ਜੜ ਤੇ ਜਾਵਾਂਗੇ ਤੇ ਫਿਰ ਜਿਹੜਾ ਤੁਸੀਂ ਸਵਾਲ ਕੀਤਾ ਨਾ, ਉਹਦਾ ਸਾਨੂੰ ਜਵਾਬ ਲੱਭੂਗਾ ਕਿ ਸਾਨੂੰ ਇੱਕ ਸਿਸਟਮ ਬਣਾਉਣਾ ਪਊਗਾ। ਸਾਡੇ ਕੋਲ ਇੱਕ ਬਹੁਤ ਵੱਡਾ ਇੱਕ ਉਪਦੇਸ਼ ਆ ਬਾਬੇ ਨਾਨਕ ਦਾ, ਅਸੀਂ ਬਹੁਤ ਰੌਲਾ ਪਾਉਂਦੇ ਹਾਂ। ਜੇ ਉਹਨੂੰ ਕਿਤੇ ਧਿਆਨ ਦੇ ਨਾਲ ਸੋਚਿਆ ਜਾਵੇ, ਇਹ ਭਲਿਆ ਮਾਨਸਾ ਕਿੰਨੀਆਂ ਕਿ ਤੇਰੀਆਂ ਲੋੜਾਂ ਹੈ, ਕੀ ਨਾਲ ਮਤਲਬ ਕੀ ਕਰਨਾ, ਕੀ ਕਰਨ ਕੀ ਡਿਆ ਵਾ। ਸਾਡਾ ਸਾਰਾ ਤਾਣਾ ਬਾਣਾ ਇਸ ਪਾਸੇ ਉਲਝਿਆ ਪਿਆ ਵਾ। ਮਾਂ ਪਿਓ ਦੀ ਸਿੱਖਿਆ ਤੋਂ ਲੈ ਕੇ, ਉਹ ਵੀ ਨਿਆਣੇ ਨੂੰ ਕਹਿੰਦੇ ਆ ਤੂੰ ਅਗਲੇ ਪਾਸੇ ਜਾਣਾ, ਟੌਪ ਤੇ ਹੋਣਾ। ਸਕੂਲਾਂ ਦਾ ਇਹੀ ਹਾਲ ਆ, ਪੀਅਰ ਗਰੁੱਪਾਂ ਦਾ ਇਹੀ ਹਾਲ ਆ, ਵਾਤਾਵਰਨ ਦਾ ਇਹ ਹਾਲ ਆ। ਕੋਈ ਉਹਨੂੰ ਬੈਲੈਂਸ ਲਾਈਫ ਦੀ ਗੱਲ ਨਹੀਂ ਕਰਦਾ। ਪਰ ਇਹ ਦੋਨੋਂ ਪਾਸੇ ਆ। ਜੇ ਸਮਾਜ ਸੋਚੇ ਬਹੁਤ ਵਧੀਆ ਗੱਲ ਆ, ਜੇ ਸਮਾਜ ਨਹੀਂ ਸੋਚੇ ਤੇ ਪੋਲੀਟੀਕਲ ਸਿਸਟਮ ਹੈਗਾ। ਔਰ ਪੋਲੀਟੀਕਲ ਸਿਸਟਮ ਖਾਸ ਕਰਕੇ ਆਪਾਂ ਕੋਈ ਜੇ ਪੰਜਾਬ ਦੀ ਗੱਲ ਕਰੀਏ, ਮੈਂ ਕਹਿੰਦਾ ਵੀ ਪੰਜਾਬ ਦੀ ਇਹ ਸਰਕਾਰ ਨੂੰ ਮੌਕਾ ਮਿਲਿਆ ਸ਼ਾਇਦ ਪਹਿਲੀ ਵਾਰੀ। ਪਹਿਲੀਆਂ ਸਰਕਾਰਾਂ ਕੈਰੋ ਸਾਹਿਬ ਦੇ ਵੇਲੇ ਤੋਂ ਜਾਂ ਤਾਂ ਚਲੋ ਠੀਕ ਆ, ਉਹ ਠੀਕ ਠਾਕ ਸੀ, ਉਦੋਂ ਬਹੁਤੀ ਡਿਸਪੈਰਿਟੀ ਨਹੀਂ ਸੀਗੀ। 80 ਤੱਕ ਵੀ ਜ਼ਿਆਦਾ ਡਿਸਪੈਰਿਟੀ ਨਹੀਂ ਸੀ, 90 ਤੱਕ ਵੀ ਜ਼ਿਆਦਾ ਨਹੀਂ ਸੀਗੀਆਂ। ਇਹ ਪਿਛਲੇ 30-32 ਸਾਲਾਂ ਦੇ ਵਿੱਚ ਜਿਹੜਾ ਮਤਲਬ ਕਸੂਤਾ ਕੰਮ ਹੋਇਆ ਵਾ, ਉਹਨੂੰ ਰੈਕਟੀਫਾਈ ਕਰਨ ਦਾ ਤਰੀਕਾ ਹੈ। ਲਾ ਸਕਦੇ ਆ, ਸੈਂਟਰ ਗੌਰਮੈਂਟ ਨੇ ਨਹੀਂ ਲਾਉਣਾ, ਉੱਥੇ ਕਾਰਪੋਰੇਟ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ। ਉਹ ਵੀ ਜਿਹੜਾ ਜਿਸ ਕਿਸਮ ਦਾ, ਉਸ ਕਿਸਮ ਦਾ ਇੱਕ ਪੈਟਰਨ ਡਿਵੈਲਪ ਕਰ ਦਿੱਤਾ। ਉਹਨਾਂ ਦੇ ਮਗਰ ਲੱਗ ਕੇ ਕਿ ਸਾਨੂੰ ਫੌਜ ਚਾਹੀਦੀ ਆ, ਅਨਪਲਾਈਡ ਦੀ ਫੌਜ ਚਾਹੀਦੀ ਸੀ। ਅਗਨੀਵੀਰ ਦੀ ਗੱਲ ਕੀਤੀ, ਉਹ ਵੀ ਕੀ ਹੈਗਾ ਵੀ ਕਾਰਪੋਰੇਟ ਨੂੰ ਡਿਸਿਪਲਿਨ ਬੰਦੇ ਚਾਹੀਦੇ ਆ ਸਿਕਿਉਰਿਟੀ ਗਾਰਡ ਬਣਨ ਵਾਸਤੇ, ਜਾਂ ਹੋਰ ਜਿਹੜਾ ਇੱਥੇ ਹੈਗਾ ਵਾ, ਇਦਾਂ ਦੇ ਬੰਦੇ ਚਾਹੀਦੇ ਆ। ਜਦੋਂ ਕਿ ਇਹਦੇ ਦੂਸਰੇ ਕਨਸੀਕੁਐਂਸਿਸ ਵੀ ਹੋ ਸਕਦੇ ਆ। ਤੁਸੀਂ ਇੱਕ ਇਹਨਾਂ ਟ੍ਰੇਨਡ ਬੰਦਾ ਕਰਕੇ ਜੇ ਉੱਥੋਂ ਆ ਕੇ, ਉਹ ਹੋ ਸਕਦਾ ਕਿ ਉਸ ਕਿਸਮ ਦੀ ਜੇ ਲਾਈਫ ਨਹੀਂ ਮਿਲਦੀ ਤੇ ਉਹ ਕਾਊਂਟਰ ਪ੍ਰੋਡਕਟਿਵ ਹੋ ਸਕਦੀ ਆ। ਤੁਸੀਂ ਉਹਨਾਂ ਲੋਕਾਂ ਨੂੰ ਟ੍ਰੇਨਡ ਕਰ ਰਹੇ ਹੋ ਜਿਨ੍ਹਾਂ ਨੂੰ ਸਭ ਤੋਂ ਵਧੀਆ ਸਪੈਸਟੀਕੇਟਡ ਹਥਿਆਰਾਂ ਦੀ ਟ੍ਰੇਨਿੰਗ ਉਹਨਾਂ ਦੇ ਕੋਲ ਆ। ਜੇ ਕੰਸਟਰਕਟਿਵ ਸਾਈਡ ਤੇ ਜਾਣਗੇ ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਲੈ ਜਾਓ ਜਾਂ ਉਹਨਾਂ ਨੂੰ ਹੋਰ ਪਾਸੇ ਲੈ ਜਾਓ। ਜੇ ਤੁਸੀਂ ਕਹਿਣਾ ਅਸੀਂ ਸਿਕਿਉਰਿਟੀ ਗਾਰਡ ਲਾਉਣਾ ਉਹਨਾਂ ਨੂੰ, ਜਾਂ ਉਹਨਾਂ ਨੂੰ ਤੁਸੀਂ ਹੋਰ ਕੰਮ ਦੇਣਾ ਵਾ, ਤੇ ਉਹਦੇ ਨਾਲ ਕ੍ਰਾਈਸਿਸ ਹੋਊਗਾ, ਉਹ ਨਹੀਂ ਬਣੂਗਾ। ਔਰ ਇਹਦੇ ਨਾਲ ਜਿਹੜੀ ਤੁਸੀਂ ਅਗਨੀਪਾਥ ਦੀ ਗੱਲ ਕੀਤੀ, ਇਹ ਵੀ ਬਹੁਤ ਵੱਡਾ ਕ੍ਰਾਈਸਿਸ ਆ। ਤੁਸੀਂ ਇੱਕ ਪਾਸੇ ਜਿਹੜਾ ਜਵਾਨ ਰੈਗੂਲਰ ਜਾਂਦਾ ਵਾ, ਉਹ 60-70 ਹਜ਼ਾਰ ਰੁਪਇਆ ਲੈਣ ਡਿਆ ਵਾ, ਇਹਨਾਂ ਨੂੰ 21,000 ਰੁਪਇਆ ਦਿਓਗੇ, ਕੀ ਬਣੂਗਾ ਕੀ ਉਹਦੇ ਵਿੱਚੋਂ? ਅਲਟੀਮੇਟਲੀ ਇਹ ਅੱਗ ਜਿਹੜੀ ਸੀਗੀ, ਜਿਹੜੀ 90-91 'ਚ ਇੱਥੋਂ ਥੱਲਿਓਂ ਸ਼ੁਰੂ ਹੋਈ ਸੀਗੀ, ਇਹ ਹੁਣ ਟੌਪ ਤੇ ਪਹੁੰਚ ਗਈ ਆ, ਜਿਹੜੀ ਡੇਂਜਰਸ ਆ। ਮੈਨੂੰ ਲੱਗਦਾ ਹੈ ਕਿ ਓਵਰਆਲ ਦੇਸ਼ ਦੇ ਵਿੱਚ ਇਹਨੂੰ ਰੀਲੁੱਕ ਕਰਨ ਦੀ ਲੋੜ ਹੈਗੀ ਆ। ਠੀਕ ਆ, ਜਿਹਨਾਂ ਕੋਲ ਬਹੁਤ ਜ਼ਿਆਦਾ, ਉਹਨਾਂ ਨੂੰ ਘਟਾਓ, ਉਹਨਾਂ ਨੂੰ ਵੇਖੋ ਕਿੰਨਾ ਉਹਨਾਂ ਨੂੰ ਚਾਹੀਦਾ ਹੈ, ਉਹਨਾਂ ਦੀ ਨੀਡ ਕਿੰਨੀ ਆ। ਉਹਨਾਂ ਦੀ ਗਰੀਡ ਬਾਰੇ ਜਿਹੜਾ ਹੈਗਾ ਨਾ, ਉਹਦੇ ਬਾਰੇ ਚਿੰਤਤ ਨਾ ਹੋ। ਤੇ ਜਿਹੜਾ ਥੱਲੇ ਬੰਦਾ ਬੈਠਾ ਵਾ, ਉਹਨੂੰ ਮਿਨੀਮਮ ਜਿਹੜੀ ਡਿਗਨੀਫਾਈਡ ਲਾਈਫ ਦੀਆਂ ਨੀਡਸ ਵਾ, ਉਹ ਪੂਰੀਆਂ ਕਰੋ। ਬੈਲੈਂਸ ਨੇਚਰ ਵੀ ਕਰਦੀ ਆ। ਬੈਲੈਂਸ ਸਾਡੇ ਜਿਹੜੇ ਆ ਗੁਰੂਆਂ ਦੇ ਉਪਦੇਸ਼ ਵੀ ਸਾਨੂੰ ਕਹਿੰਦੇ ਬੈਲੈਂਸ ਕਰੋ, ਔਰ ਇਹ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ, ਤਾਂ ਕਿ ਅਸੀਂ ਸਮਾਜ ਦੇ ਵਿੱਚ ਸੁੱਖ ਸ਼ਾਂਤੀ ਬੰਦੂਕਾਂ ਦੇ ਨਾਲ ਨਹੀਂ ਹੁੰਦੀ, ਹਥਿਆਰਾਂ ਦੇ ਨਾਲ ਨਹੀਂ ਹੁੰਦੀ। ਜੇ ਸੁੱਖ ਸ਼ਾਂਤੀ ਬੰਦੂਕਾਂ ਹਥਿਆਰਾਂ ਨਾਲ ਹੁੰਦੀ ਤੇ ਸੋਵੀਅਤ ਯੂਨੀਅਨ ਜਿਹੜਾ ਹੁੰਦਾ, ਉਹਦਾ ਇਹ ਹਾਲ ਨਾ ਹੁੰਦਾ ਹੈ। ਯੂਗੋਸਲਾਵੀਆ 'ਚ ਇਦਾਂ ਨਾ ਟੁੱਟਦਾ। ਅਫਗਾਨਿਸਤਾਨ 'ਚ ਬਹੁਤ ਸਾਰੇ ਹਥਿਆਰ ਹੈਗੇ ਆ, ਉਹ ਇਦਾਂ ਨਾ ਹੁੰਦਾ। ਸੁੱਖ ਸ਼ਾਂਤੀ ਹਮੇਸ਼ਾ ਜਿਹੜੀ ਹੁੰਦੀ ਆ, ਉਹ ਹੁੰਦੀ ਹੈ ਕਿ ਜਦੋਂ ਵੱਖਰੇ ਵੱਖਰੇ ਜਿਹੜੇ ਲੋਕ ਹੈਗੇ ਆ, ਗਰੁੱਪ ਹੈਗੇ ਆ, ਜਿਹੜੇ ਉਹ ਸਾਰਿਆਂ ਨੂੰ ਸਿਸਟਮ 'ਚ ਵਿਸ਼ਵਾਸ ਹੋਵੇ। ਵਿਸ਼ਵਾਸ ਉਹਨਾਂ ਨੂੰ ਉਪਦੇਸ਼ ਨਾਲ ਨਹੀਂ ਆਉਣਾ, ਵਿਸ਼ਵਾਸ ਆਉਂਦਾ ਜੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਉਹਨੂੰ ਡਿਗਨੀਫਾਈਡ ਲਾਈਫ ਮਿਲੇ। ਉਹ ਤਾਂ ਹੀ ਪੋਸੀਬਲ ਆ ਕਿ ਜੇ ਉਤਲਿਆਂ ਕੋ ਖਿੱਚ ਕੇ ਥੱਲੇ ਵਾਲਾ ਨੂੰ ਦਈਏ, ਤਾਂ ਕਿ ਸਾਰਿਆਂ ਨੂੰ ਹਾਣ ਦਾ ਬਣਾਇਆ ਜਾਵੇ। ਔਰ ਇਹ ਸਟੇਟ ਦੀ ਜ਼ਿੰਮੇਵਾਰੀ ਵੀ ਹੈ। ਵੈਲਫੇਅਰ ਸਟੇਟ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਆ ਕਿ ਉਹ ਦੋ ਚੀਜ਼ਾਂ, ਇੱਕ ਤਾਂ ਲੋਕਾਂ ਦੀ ਲਾਈਫ ਤੇ ਪ੍ਰਾਪਰਟੀ ਸਿਕਿਉਰਿਟੀ, ਤੇ ਦੂਸਰਾ ਉਹਨਾਂ ਦੀ ਵੈਲਬੀਇੰਗ ਜਿਹੜੀ ਹੈਗੀ ਆ, ਉਹਦਾ ਖਿਆਲ ਰੱਖੇ। ਤੇ ਮੈਨੂੰ ਲੱਗਦਾ ਵੀ ਇਹ
ਜਿੰਨੀ ਜਲਦੀ ਇਹ ਸਰਕਾਰਾਂ ਜਾਂ ਪੰਜਾਬ ਦੀ ਸਰਕਾਰ ਜਿੰਨਾ ਕੁਝ ਕਰ ਸਕਦੀ ਆ ਉਹ ਕਰੇ, ਤਾਂ ਕਿ ਇੱਥੇ ਜਿਹੜੇ ਮਸਲੇ ਇਸ ਵੇਲੇ ਅਸੀਂ ਫੇਸ ਕਰ ਰਹੇ ਹਾਂ, ਡਿਸਕੰਟੈਂਟਮੈਂਟ ਹੈਗੀ ਆ ਜਾਂ ਵਾਇਲੈਂਸ ਵੀ ਹੈਗੀ ਆ ਜਾਂ ਜਿਸ ਕਿਸਮ ਦਾ ਵਰਤਾਰਾ ਆਲੇ ਦੁਆਲੇ ਹੋ ਰਿਹਾ ਵਾ, ਉਹਨੂੰ ਜਿਹੜਾ ਹੈਗਾ ਠੱਲ ਪਾਈ ਜਾਵੇ। ਇੱਕ ਨਵਾਂ ਨਿਜ਼ਾਮ, ਇੱਕ ਨਵਾਂ ਜਿਹੜਾ ਸਮਾਜਿਕ ਪਹਿਲ ਜਿਹੜੀ ਉਹ ਸ਼ੁਰੂ ਕੀਤੀ ਜਾਵੇ। ਧੰਨਵਾਦ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸੋ ਮੇਰੇ ਨਾਲ ਮੌਜੂਦ ਸਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਆ। ਤਾਕਤ ਸਿਰਫ ਤੇ ਸਿਰਫ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਕਿਉਂਕਿ ਲੋਕਾਂ ਨੇ ਸਰਕਾਰਾਂ ਚੁਣਨੀਆਂ ਨੇ। ਇਹ ਨਹੀਂ ਕਰਨਗੇ ਤਾਂ ਅਗਲੇ ਕਰ ਦੇਣਗੇ, ਅਗਲੇ ਨਹੀਂ ਕਰਨਗੇ ਤਾਂ ਉਸ ਤੋਂ ਅਗਲੇ। ਏਦਾਂ ਸਰਕਾਰਾਂ ਦੀ ਜਿਹੜੀ ਆ ਬਾਜ਼ੀ ਪਲਟਦੀ ਰਹਿੰਦੀ ਹੈ। ਇਸ ਕਰਕੇ ਸਮਝਣਾ ਚਾਹੀਦਾ ਸਰਕਾਰਾਂ ਨੂੰ ਕਿ ਲੋਕਾਂ ਦੇ ਮੁੱਦੇ ਕੀ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਚੁਣਿਆ ਗਿਆ, ਉਹਨਾਂ ਦੇ ਹੱਲ ਵੀ ਕੱਢਣੇ ਚਾਹੀਦੇ ਨੇ। ਇਹ ਨਹੀਂ ਕਿ 5 ਸਾਲ ਸਰਕਾਰ ਚੱਲਣੀ ਹੈ ਤੇ ਲਟਕਾ ਕੇ ਰੱਖੋ, ਆਖਰੀ ਮਹੀਨਿਆਂ ਚ ਆ ਕੇ ਇੱਕ ਦੋ ਜਿਹੜਾ ਮੁੱਦਾ ਉਹ ਮੰਨ ਕੇ ਤੇ ਬੁੱਤਾ ਸਾਰ ਦਿੱਤਾ ਜਾਏ। ਇਸ ਤਰ੍ਹਾਂ ਨਹੀਂ ਚੱਲਣਾ, ਕਿਉਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ। ਲੋਕ ਹਰ ਗੱਲ ਦਾ ਹਿਸਾਬ ਮੰਗਦੇ ਨੇ, ਸਵਾਲ ਵੀ ਕਰਦੇ ਨੇ, ਜਵਾਬ ਵੀ ਮੰਗਦੇ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।